ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਲਾਈਵ ਮਾਰਨਿੰਗ ਸ਼ੋਅ ਗੱਲਾਂ ਤੇ ਗੀਤ। ਮੈਂ ਹਾਂ ਸ਼ੁਕਰਗੁਜ਼ਾਰ ਸਿੰਘ। ਹਰ ਰੋਜ਼ ਇੱਕ ਨਵੇਂ ਵਿਸ਼ੇ ਦੇ ਨਾਲ ਅਸੀਂ ਜੁੜਦੇ ਹਾਂ। ਉਹ ਵਿਸ਼ਾ ਸਾਡੇ ਨਾਲ ਜੁੜਿਆ ਹੁੰਦਾ ਹੈ, ਸਾਡੇ ਸਮਾਜ ਦੇ ਨਾਲ ਜੁੜਿਆ ਹੁੰਦਾ ਹੈ। ਗੁਰਬਾਣੀ ਕਹਿੰਦੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸਾਡਾ ਕੁਦਰਤ ਦੇ ਨਾਲ ਗੁਰੂ ਸਾਹਿਬਾਨ ਨੇ ਆਪਣੀਆਂ ਗੁਰਬਾਣੀ ਦੇ ਨਾਲ ਕੁਦਰਤ ਦੇ ਨਾਲ ਜੋ ਸਾਡਾ ਰਿਸ਼ਤਾ ਹੈ ਉਸ ਨੂੰ ਵਿਆਖਿਆ ਦਿੱਤੀ ਹੈ ਉਸ ਦੀ, ਅਤੇ ਸਾਡਾ ਵੀ ਫਰਜ਼ ਹੈ ਜੋ ਇਹ ਰਿਸ਼ਤੇ ਨੇ ਸਾਨੂੰ ਨਿਭਾਉਣੇ ਚਾਹੀਦੇ ਨੇ। ਇਹ ਰਿਸ਼ਤੇ ਸਾਡੇ ਕੁਦਰਤ ਦੇ ਨਾਲ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਪਾਣੀ ਸਾਡਾ ਸਾਥੀ ਹੈ, ਧਰਤੀ ਸਾਡੀ ਸਾਥਣ ਹੈ। ਇਹ ਹਵਾ ਪਾਣੀ ਸਭ ਕੁਝ ਸਾਡੀ ਜ਼ਿੰਦਗੀ ਦਾ ਉਹ ਹਿੱਸਾ ਹਨ ਜਿਨ੍ਹਾਂ ਦੇ ਨਾਲ ਅਸੀਂ ਜਿਉਂਦੇ ਹਾਂ। ਅਤੇ ਸਾਇੰਸ ਨੇ ਵੀ ਲਗਾਤਾਰ ਤਰੱਕੀ ਕੀਤੀ ਹੈ। ਸਾਇੰਸ ਨੇ ਸਾਡੀ ਜ਼ਿੰਦਗੀ ਨੂੰ ਨਵੀਆਂ ਰਾਹਾਂ ਵਿਖਾਈਆਂ ਨੇ। ਅਸੀਂ ਸਾਇੰਸ ਦੇ ਨਾਲ ਜੁੜ ਕੇ, ਟੈਕਨੋਲੋਜੀ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਜੀ ਰਹੇ ਹਾਂ। ਹਰ ਸਾਲ 10 ਨਵੰਬਰ ਇੱਕ ਦਿਨ ਮਨਾਇਆ ਜਾਂਦਾ ਹੈ ਜਿਸ ਨੂੰ ਅਸੀਂ ਕਿ ਵਿਸ਼ਵ ਵਿਗਿਆਨ ਦਿਵਸ ਕਹਿੰਦੇ ਹਾਂ। ਇਹ ਦਿਨ ਕਿਉਂ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਮਨਾਉਣਾ ਕਦੋਂ ਸ਼ੁਰੂਆਤ ਹੋਈ, ਇਸ ਦਿਨ ਨੂੰ ਮਨਾਉਣ ਦੀ ਕੀ ਉਦੇਸ਼ ਸਨ, ਇਹ ਸਾਰਾ ਕੁਝ ਅੱਜ ਅਸੀਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਡਿਸਕਸ ਕਰਨਾ ਹੈ। ਮੇਰੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਨੇ ਸ਼੍ਰੀ ਆਦਰਸ਼ਪਾਲ ਵਿਗ ਜੀ, ਜੋ ਕਿ ਚੇਅਰਮੈਨ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ। ਉਹ ਵਿਸ਼ਵ ਵਿਗਿਆਨ ਦਿਵਸ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨਗੇ। ਆਓ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ, ਸ਼ੁਕਰੀਆ ਜੀ। ਸਰ, ਅੱਜ ਵਿਸ਼ਵ ਸਾਇੰਸ ਦਿਵਸ ਯਾਨੀ ਕਿ ਵਰਲਡ ਸਾਇੰਸ ਡੇ ਫਾਰ ਪੀਸ ਐਂਡ ਡਿਵੈਲਪਮੈਂਟ ਮਨਾਇਆ ਜਾ ਰਿਹਾ ਹੈ। ਆਲ ਓਵਰ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ। ਹਰ ਦਿਨ ਦੇ ਪਿੱਛੇ, ਹਰ ਗੱਲ ਦੇ ਪਿੱਛੇ, ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਇਤਿਹਾਸ ਤੇ ਹੁੰਦਾ ਹੈ। ਬਿਲਕੁਲ। ਕੀ ਇਤਿਹਾਸ ਹੈ, ਕਿਉਂ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਗਿਆ, ਕਦੋਂ ਸ਼ੁਰੂ ਕੀਤਾ ਗਿਆ, ਕਿਸ ਉਦੇਸ਼ ਦੇ ਨਾਲ ਸ਼ੁਰੂ ਕੀਤਾ ਗਿਆ? ਬਿਲਕੁਲ ਠੀਕ ਤੁਹਾਡਾ ਪ੍ਰਸ਼ਨ ਹੈ ਔਰ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ। ਇੱਕ ਵਿਸ਼ਵ ਪੱਧਰੀ ਸੰਸਥਾ ਹੈ ਯੂਨਾਈਟਿਡ ਨੇਸ਼ਨਸ, ਜਿਹਨੂੰ ਲਗਭਗ ਸਾਰੇ ਅਸੀਂ ਜਾਣਦੇ ਹਾਂ। ਜੀ ਜੀ। ਉਹਦਾ ਅੱਗੇ ਇੱਕ ਹੋਰ ਆਯਾਮ ਹੈ, ਇੱਕ ਉਹਦੀ ਬ੍ਰਾਂਚ ਕਹਿ ਸਕਦੇ, ਯੂਨੈਸਕੋ ਜਿਹਨੂੰ ਕਹਿੰਦੇ। ਜੀ ਜੀ। ਉਹ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਹੈ। ਜੀ ਜੀ। ਇਹ ਫਿਰ ਇਹ ਤਿੰਨਾਂ ਵਿਸ਼ਿਆਂ 'ਚ ਐਜੂਕੇਸ਼ਨ, ਸਾਇੰਸ ਔਰ ਕਲਚਰ ਦੇ ਵਿੱਚ ਆਪਣਾ ਕੰਮ ਕਰਦੀ ਹੈ ਜੀ। ਉਹ ਫਿਰ ਇਸ ਤਰ੍ਹਾਂ ਦੇ ਕਈ ਉਪਰਾਲੇ ਕਰਦੀ ਹੈ ਵੀ ਜਿਹਦੇ ਨਾਲ ਇਹਨਾਂ ਚੀਜ਼ਾਂ ਦੀ ਜਿਹੜੀ ਮਹੱਤਤਾ ਵਧੇ ਔਰ ਲੋਕਾਂ ਨੂੰ ਇਸ ਬਾਰੇ ਪਤਾ ਲੱਗੇ ਔਰ ਲੋਕ ਇਸ ਦੇ ਉੱਤੇ ਠੀਕ ਚੱਲਣ। ਅਤੇ ਉਹ ਸੰਸਥਾ ਦੇ ਯੂਨਾਈਟਿਡ ਨੇਸ਼ਨਸ ਦੇ ਲਗਭਗ 193 ਕੰਟਰੀਜ਼ ਮੈਂਬਰ ਹੈ, ਕਿਉਂਕਿ ਇੰਟਰਨੈਸ਼ਨਲ ਲੈਵਲ ਦੀ ਆਰਗੇਨਾਈਜੇਸ਼ਨ ਹੈ। ਔਰ ਉਹਦੇ ਅੰਦਰ ਇੰਡੀਆ ਵੀ ਆਪਣਾ ਇੱਕ ਫਾਊਂਡਰ ਮੈਂਬਰ ਹੈ ਉਹਨਾਂ ਦਾ। ਜੀ ਜੀ। ਅਤੇ ਉਹ ਸੰਸਥਾ ਨੇ ਜਿਸ ਤਰ੍ਹਾਂ ਬਾਕੀ ਵਾਤਾਵਰਨ ਦਿਵਸ ਹੈ, ਧਰਤ ਦਿਵਸ ਹੈ, ਬਾਕੀ ਹੈ, ਇਸੇ ਤਰ੍ਹਾਂ ਇੱਕ ਵਰਲਡ ਸਾਇੰਸ ਡੇ ਜਿਹੜਾ 10 ਨਵੰਬਰ ਨੂੰ ਤੁਸੀਂ ਦੱਸਿਆ ਵੀ ਮਨਾਉਣਾ। ਜੀ ਜੀ। ਔਰ ਲਗਭਗ 2000 ਤੋਂ ਉਹ ਇਹ ਗੱਲ ਚੱਲੀ ਜਾਂ ਸ਼ੁਰੂਆਤ ਹੋਈ ਜਾਂ ਕੋਈ ਸੈਮੀਨਾਰ ਕਾਨਫਰੰਸ ਹੋਏ ਔਰ 2002 ਦੇ ਵਿੱਚ ਪਹਿਲਾ ਵਰਲਡ ਸਾਇੰਸ ਡੇ, ਵਿਸ਼ਵ ਵਿਗਿਆਨ ਦਿਵਸ ਜਿਹੜਾ ਮਨਾਇਆ ਗਿਆ। ਅਤੇ ਹੁਣ ਕਿਉਂਕਿ 2021 ਚੱਲ ਰਿਹਾ ਅਤੇ ਲਗਭਗ 20ਵਾਂ ਅਸੀਂ ਕਹਿ ਸਕਦੇ ਹਾਂ ਵੀ ਇਹ ਮਨਾਇਆ ਜਾ ਰਿਹਾ। ਔਰ ਸਾਇੰਸ ਵਰਲਡ ਸਾਇੰਸ ਡੇ ਫॉर ਪੀਸ ਐਂਡ ਡਿਵੈਲਪਮੈਂਟ ਇਹਦੇ ਨਾਲ ਹੀ ਜੁੜ ਗਿਆ। ਜੀ ਜੀ। ਵੀ ਵਿਗਿਆਨ ਉਹਦਾ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੋਵੇ, ਉਹ ਤਰੱਕੀ ਦਾ ਪ੍ਰਤੀਕ ਹੋਵੇ, ਉਹਦਾ ਵਿਸ਼ਵ ਵਿਗਿਆਨ ਦਿਵਸ ਹੈ। ਅਤੇ ਇਸੇ ਤਰ੍ਹਾਂ ਹਰ ਸਾਲ ਉਹਦੇ ਅਲੱਗ-ਅਲੱਗ ਜਿਹੜੇ ਉਹ ਥੀਮ ਬਣਾਏ ਜਾਂਦੇ ਨੇ। ਜੀ ਜੀ। ਤੁਸੀਂ ਬਤੌਰ ਚੇਅਰਮੈਨ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ। ਹਾਂਜੀ। ਅਤੇ ਤੁਸੀਂ ਥੀਮ ਦੀ ਗੱਲ ਕੀਤੀ, 2021 ਦੇ ਵਿੱਚ ਵੀ ਕੋਈ ਥੀਮ ਹੈ? ਹਾਂ ਬਿਲਕੁਲ ਜੀ। ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਥੋੜ੍ਹਾ ਕੋਵਿਡ ਨਾਲ ਜੁੜਿਆ ਸੀ। ਇਸ ਸਾਲ ਬਿਲਡਿੰਗ ਕਲਾਈਮੇਟ ਰੈਡੀ ਕਮਿਊਨਿਟੀਜ਼, ਅੰਗਰੇਜ਼ੀ 'ਚ ਕਹਿੰਦੇ ਨੇ। ਜੀ। ਮਤਲਬ ਹੈ ਵੀ ਉਹੋ ਜਿਹੇ ਸੰਸਥਾਵਾਂ, ਉਹੋ ਜਿਹੇ ਸਮੁਦਾਇ, ਉਹੋ ਜਿਹੇ ਸਮੂਹ ਤਿਆਰ ਕਰਨੇ, ਕਿਉਂਕਿ ਕਲਾਈਮੇਟ ਚੇਂਜ ਜਿਹਨੂੰ ਅਸੀਂ ਇੱਕ ਵਾਤਾਵਰਨ ਦਾ ਇੱਕ ਜਿਹੜਾ ਨੁਕਸਾਨ ਹੋ ਰਿਹਾ, ਪੋਲਿਊਸ਼ਨ ਕਾਰਨ ਬਦਲਾਵ ਹੋ ਰਿਹਾ, ਉਹਨੂੰ ਲੜਨ ਦੀ ਸ਼ਕਤੀ ਵਾਸਤੇ, ਉਹਨੂੰ ਤਿਆਰ ਕਰਨ ਵਾਸਤੇ ਇੱਕ ਜਿਹੜੇ ਸਮੁਦਾਇ ਖੜੇ ਕਰਨੇ ਆ ਜਾਂ ਸੁਸਾਇਟੀ ਦੇ ਵਿੱਚ ਕਿਵੇਂ ਖੜਾ ਹੋਣਾ ਚਾਹੀਦਾ, ਉਹ ਇਸ ਸਾਲ ਦਾ ਥੀਮ ਹੈ ਬਿਲਡਿੰਗ ਕਲਾਈਮੇਟ ਰੈਡੀ ਕਮਿਊਨਿਟੀਜ਼। ਜੀ। ਇਹ G20 ਸੰਮੇਲਨ ਹੋਇਆ ਸੀ ਪਿੱਛੇ ਜਿਹੇ, ਅਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਚਿੰਤਾ ਜ਼ਾਹਿਰ ਕੀਤੀ ਸੀ ਕਿ ਲਗਾਤਾਰ ਜਿਸ ਤਰ੍ਹਾਂ ਵਾਤਾਵਰਨ ਦੇ ਵਿੱਚ, ਜਲਵਾਯੂ ਦੇ ਵਿੱਚ ਪਰਿਵਰਤਨ ਆ ਰਿਹਾ ਹੈ, ਉਹ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ, ਆਉਣ ਵਾਲੀ ਪੀੜ੍ਹੀ ਲਈ ਹਾਨੀਕਾਰਕ ਹੋ ਸਕਦਾ ਹੈ। ਵਾਤਾਵਰਨ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਤੁਸੀਂ ਉਹਨਾਂ ਦੀ ਚਿੰਤਾ ਨੂੰ ਕਿੰਨਾ ਕੁ ਜਾਇਜ਼ ਮੰਨਦੇ ਹੋ? ਬਿਲਕੁਲ ਠੀਕ ਹੈ। ਉਹ ਸੰਮੇਲਨ ਹੀ ਇਸ ਨਾਤੇ ਸੀ ਵੀ ਸਾਰੇ ਦੇਸ਼ ਇਕੱਠੇ ਹੋਣ ਔਰ ਜਿਹੜਾ ਇਹ ਕਲਾਈਮੇਟ ਚੇਂਜ ਦਾ ਮੁੱਦਾ ਉੱਠ ਗਿਆ, ਜਿਹੜਾ ਕਿ ਪੋਲਿਊਸ਼ਨ ਤੋਂ ਸ਼ੁਰੂ ਹੋ ਕੇ ਵਾਤਾਵਰਨ ਦੀ ਤਬਦੀਲੀਆਂ ਤੋਂ ਲੈ ਕੇ ਔਰ ਹੁਣ ਇੰਨਾ ਨੁਕਸਾਨ ਉਹਦਾ ਹੋਣ ਵਾਲਾ ਹੋ ਜਾਏਗਾ ਜੇ ਅਸੀਂ ਨਾ ਸੰਭਲੇ। ਤਾਂ ਮੈਨੂੰ ਲੱਗਦਾ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿਹਨੇ ਹਮੇਸ਼ਾ ਹੀ ਪੂਰੇ ਵਿਸ਼ਵ ਨੂੰ ਇੱਕ ਸ਼ਾਂਤੀ ਦਾ, ਅੱਛੇ ਕੰਮਾਂ ਦਾ, ਸੰਸਕਾਰਾਂ ਦਾ, ਜੀਵਨ ਨੂੰ ਉੱਪਰ ਮੰਨਣ ਵਾਲਾ ਸੰਦੇਸ਼ ਦਿੱਤਾ। ਅਤੇ ਉਸੇ ਸੰਦੇਸ਼ ਦੇ ਨਾਤੇ ਵਾਤਾਵਰਨ ਦੀ ਸੁਰੱਖਿਆ ਕਰਨਾ ਇੱਕ ਬਹੁਤ ਵੱਡਾ ਕੰਮ ਹੈ। ਉਹ ਵਾਤਾਵਰਨ ਦੀ ਸੁਰੱਖਿਆ ਕਰਾਂਗੇ ਤੇ ਕਲਾਈਮੇਟ ਚੇਂਜ ਵਰਗੀਆਂ ਸਮੱਸਿਆਵਾਂ ਨਹੀਂ ਆਉਣਗੀਆਂ। ਤਾਂ ਉਹ ਪ੍ਰਧਾਨ ਮੰਤਰੀ ਜੀ ਨੇ ਅਗਾਂਹ ਵਧੂ ਸੋਚ ਰੱਖ ਕੇ ਵੀ ਅਸੀਂ
ਕਿਉਂਕਿ ਉਹ ਜਿਹੜੇ 192 ਸਦੱਸਿਆ ਨੇ ਉਹਨਾਂ ਨੇ ਸਾਰਿਆਂ ਨੇ ਇੱਕ ਕਮਿਟਮੈਂਟ ਦੇਣੀ ਹੈ ਉੱਥੇ। ਜੀ ਜੀ, ਮਤਲਬ ਇੱਕ ਦੂਜੇ ਤੇ ਬਲੇਮ ਨਹੀਂ ਕਰਨਾ। ਤੇ ਮੈਨੂੰ ਲੱਗਦਾ ਭਾਰਤ ਨੇ ਅੱਗੇ ਵੱਧ ਕੇ ਇੱਕ ਕਮਿਟਮੈਂਟ ਦਿੱਤੀ ਹੈ ਵੀ ਅਸੀਂ ਇਹ ਚੀਜ਼ਾਂ ਦਾ ਸੁਧਾਰ ਆਉਣ ਵਾਲੇ 20-30 ਸਾਲਾਂ 'ਚ, ਉਹਨੂੰ ਟੀਚਾ ਕਹਿ ਦਿਓ, ਗੋਲਸ ਕਹਿ ਲਿਓ, ਉਹ ਬਣਾਏ ਨੇ ਔਰ ਅਸੀਂ ਇਹਦੇ ਤੇ ਪੂਰੇ ਖਰੇ ਉਤਰੇ ਆ ਔਰ ਅੱਗੇ ਤੋਂ ਉਤਰਾਂਗੇ। ਇੱਕ ਤਰ੍ਹਾਂ ਦੀ ਉੱਥੇ ਕਮਿਟਮੈਂਟ ਹੈ ਔਰ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਜੀ, ਜਦੋਂ ਤੋਂ ਸ਼੍ਰੀ ਨਰਿੰਦਰ ਮੋਦੀ ਜੀ ਮਾਨਯੋਗ ਪ੍ਰਧਾਨ ਮੰਤਰੀ ਆਪਣੇ ਬਤੌਰ ਪ੍ਰਧਾਨ ਮੰਤਰੀ ਸੇਵਾਵਾਂ ਨਿਭਾ ਰਹੇ ਨੇ, ਕੇਂਦਰ ਸਰਕਾਰ ਲਗਾਤਾਰ ਆਪਣੀ ਟੀਮ ਦੇ ਨਾਲ ਇੱਕ ਹੋਕਾ ਦੇ ਰਹੀ ਹੈ ਸਵੱਛ ਭਾਰਤ, ਸਵੱਛ ਭਾਰਤ, ਸਵੱਛ ਭਾਰਤ, ਵੀ ਆਪਣੇ ਲਾਗੇ ਬੰਨੇ ਵੀ ਅਸੀਂ ਖੁਦ ਆਪਣੀ ਕਮਿਊਨਿਟੀ ਨੂੰ ਜਾਂ ਆਪਣੀ ਸੁਸਾਇਟੀ ਨੂੰ ਸਾਫ਼ ਰੱਖੀਏ। ਸਮਾਜ ਸਾਫ਼ ਹੋਵੇਗਾ ਤੇ ਸਾਡਾ ਆਲਾ ਦੁਆਲਾ ਸਾਫ਼ ਹੋਵੇਗਾ ਤੇ ਦੇਸ਼ ਦਾ ਨਾਮ ਆਪੇ ਹੀ ਰੋਸ਼ਨ ਹੋਵੇਗਾ। ਇਸ ਕੰਪੇਨ ਨੂੰ, ਸਵੱਛ ਭਾਰਤ ਕੰਪੇਨ ਨੂੰ ਆਮ ਲੋਕਾਂ ਦਾ ਕਿੰਨਾ ਕੁ ਸਾਥ ਮਿਲਿਆ? ਬਿਲਕੁਲ ਜੀ, ਬੜੀ ਅੱਛੀ ਸਾਥ ਮਿਲਿਆ ਕਿਉਂਕਿ ਲੋਕਾਂ ਨੇ ਸਮਝਿਆ ਵੀ ਸਾਡੀਆਂ ਕਿੱਥੇ ਮੁਸ਼ਕਲਾਂ ਸੀ, ਕੀ ਅਸੀਂ ਨਹੀਂ ਕਰਦੇ ਸੀ। ਇਹਨੂੰ ਅਸੀਂ ਬਿਹੇਵੀਅਰਲ ਚੇਂਜ ਕਹਿੰਦੇ ਆ ਜੀ, ਵੀ ਗੱਲ ਕੁਛ ਨਹੀਂ ਹੁੰਦੀ, ਸਭ ਨੂੰ ਪਤਾ ਹੁੰਦਾ ਹੈ ਵੀ ਇਹ ਚੀਜ਼ ਗਲਤ ਹੈ, ਇਹ ਚੀਜ਼ ਠੀਕ ਹੈ, ਇਹ ਕੂੜਾ ਮੈਂ, ਪਰ ਇੱਕ ਸੁਭਾਅ ਬਣ ਜਾਂਦਾ ਇਹੋ ਜਿਹਾ ਕੈਜੂਅਲਨੈਸ ਦਾ। ਮੈਨੂੰ ਲੱਗਦਾ ਪ੍ਰਧਾਨ ਮੰਤਰੀ ਨੇ ਜਿਹੜਾ ਇੱਕ ਸੰਦੇਸ਼ ਦਿੱਤਾ ਔਰ ਉਹਨੂੰ ਜੋੜਿਆ ਵੀ ਅਸੀਂ ਆਪਣੇ ਸੁਭਾਅ ਨੂੰ ਬਦਲੀਏ। ਠੀਕ ਹੈ, ਅਸੀਂ ਜਦੋਂ ਸਮਾਜ 'ਚ ਰਹਿੰਦੇ ਹਾਂ ਤੇ ਸਾਡੇ ਚੱਲਣ ਨਾਲ, ਰਹਿਣ ਨਾਲ, ਨੌਕਰੀ ਕਰਨ ਨਾਲ, ਕਿੱਤਾ ਕਰਨ ਨਾਲ ਕੋਈ ਨਾ ਕੋਈ ਚੀਜ਼ਾਂ ਬਣਦੀਆਂ, ਪਰ ਉਹਨਾਂ ਦਾ ਨਿਪਟਾਰਾ ਠੀਕ ਹੋ ਜਾਏ। ਜੀ ਬਿਲਕੁਲ, ਉਹ ਇਹ ਬਣ ਕੇ ਪਹਾੜ ਨਾ ਬਣ ਕੇ ਨਜ਼ਰ ਆਉਣ, ਉਹ ਗੰਦਗੀ ਦੇ ਢੇਰ ਨਾ ਨਜ਼ਰ ਆਉਣ, ਉਹਨਾਂ ਨੂੰ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਅਸੀਂ ਤੇ ਉਸ ਸੰਸਕ੍ਰਿਤੀ 'ਚ ਰਹਿੰਦੇ ਹਾਂ ਭਾਰਤ, ਜਿਹਨੇ ਹਮੇਸ਼ਾ ਸਮਝਾਇਆ ਵੀ ਰੀਯੂਜ਼, ਰਿਡਿਊਸ ਤੇ ਰੀਸਾਈਕਲ। ਜੀ ਬਿਲਕੁਲ, ਜੇ ਤੁਸੀਂ ਪੁਰਾਣੀ ਗੱਲ ਕਰੋ ਵੀ ਘਰ ਦੇ ਵਿੱਚ ਕੋਈ ਚੀਜ਼ ਵੇਸਟ ਜਾਣ ਦਿੰਦੇ ਹੀ ਨਹੀਂ ਸੀ ਅਸੀਂ। ਬਿਲਕੁਲ ਬਿਲਕੁਲ, ਜੇ ਕੱਪੜੇ ਆ ਤੇ ਛੋਟਾ ਭਰਾ ਹੈ, ਜੇ ਕਿਤਾਬਾਂ ਦੇ ਅਗਲੇ ਬੱਚੇ ਨੂੰ ਹੈ, ਜੇ ਕੋਈ ਚੀਜ਼ ਹੈ ਤੇ ਉਹਨੂੰ ਵਰਤ ਲੈਣਾ, ਜੇ ਕੱਪੜੇ ਦਾ ਕੋਈ ਸਰਾਣਾ ਬਣਾ ਲੈਣਾ, ਕੋਈ ਗਲਾਫ ਬਣਾ ਲੈਣਾ, ਇਸ ਤਰ੍ਹਾਂ ਦੀ ਪ੍ਰਥਾ ਹੈ। ਔਰ ਉਸ ਪ੍ਰਥਾ ਨੂੰ ਉਹਨਾਂ ਨੇ ਫਿਰ ਇੱਕ ਜਾਗਰਤ ਕੀਤਾ ਔਰ ਲੋਕਾਂ ਨੇ ਬੜਾ ਹੁੰਕਾਰਾ ਭਰਿਆ। ਔਰ ਤੁਸੀਂ ਦੇਖਿਆ ਵੀ ਹੋਣਾ ਵੀ ਲੋਕ ਆਪਣੇ ਆਫਿਸਿਸ ਦੇ ਵਿੱਚ, ਈਵਨ ਸਾਡੇ ਦਫ਼ਤਰ 'ਚ ਵੀ ਅਸੀਂ ਦੀਵਾਲੀ ਤੋਂ ਪਹਿਲੇ ਇੱਕ ਅਭਿਆਨ ਲਿੱਤਾ ਵੀ ਠੀਕ ਹੈ, ਜਿੱਥੇ ਮੈਂ ਬੈਠਦਾ, ਜਿੱਥੇ ਮੈਂ ਕਰਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਫ਼ ਸਫਾਈ ਰਹਿਣੀ ਚਾਹੀਦੀ ਔਰ ਜਿਹੜਾ ਕੂੜੇ ਦਾ ਜਿੱਥੇ ਨਿਪਟਾਰਾ ਹੋਣਾ ਚਾਹੀਦਾ ਸਾਇੰਟੀਫਿਕ ਤਰੀਕੇ ਨਾਲ, ਉਹ ਹੋਣਾ ਬਹੁਤ ਜ਼ਰੂਰੀ ਹੈ। ਜੀ ਜੀ, ਇਹ ਸਵੱਛ ਭਾਰਤ ਜੋ ਕੰਪੇਨ ਚਲਾਈ ਗਈ ਸੀ ਕੇਂਦਰ ਸਰਕਾਰ ਵੱਲੋਂ, ਉਹਨਾਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਹੋ ਕੇ ਚਲਾਇਆ ਗਿਆ ਸੀ। ਉਹਨਾਂ ਦੀ 150 ਸਾਲਾ ਸ਼ਤਾਬਦੀ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ। ਕਿਸ ਮੰਤਵ ਦੇ ਨਾਲ ਉਹਨਾਂ ਦੇ ਨਾਲ ਜੋੜਿਆ ਗਿਆ? ਬਿਲਕੁਲ, ਮੈਨੂੰ ਲੱਗਦਾ ਕਿਉਂਕਿ ਜਦੋਂ ਅਸੀਂ ਕੋਈ ਕੰਮ ਦੁਬਾਰਾ ਜਿਹਨੂੰ ਕਹਿੰਦੇ ਜੋਸ਼ ਦੇਣਾ, ਤੇ ਫਿਰ ਅਸੀਂ ਦੇਖਣਾ ਪੈਂਦਾ ਵੀ ਸਾਡੀ ਹਿਸਟਰੀ ਕੀ ਕਹਿੰਦੀ ਸੀ। ਬਿਲਕੁਲ, ਸਾਡੇ ਜਿਹੜੇ ਮਹਾਪੁਰਸ਼ ਸੀ ਉਹਨਾਂ ਨੇ ਵੀ ਕਿਆ ਉਸ ਗੱਲ ਤੇ ਗੱਲ ਕੀਤੀ ਹੈ। ਤਾਂ ਮੈਂ ਤਾਂ ਪਹਿਲੀ ਗੱਲ ਕਿ ਭਾਰਤ ਤੇ ਇਹੋ ਜਿਹਾ ਦੇਸ਼ ਹੈ ਜਿਹਦੇ ਅੰਦਰ ਇਹੋ ਜਿਹੀਆਂ ਗੱਲਾਂ ਇੰਨੇ ਸਦੀਆਂ ਤੋਂ ਆਈਆਂ। ਸਾਡੇ ਰਿਸ਼ੀ ਮੁਨੀ, ਧਾਰਮਿਕ ਗ੍ਰੰਥ, ਸਾਡੇ ਸੰਦੇਸ਼, ਤੁਸੀਂ ਖੁਦ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਕੀਤੀ ਹੈ। ਤਾਂ ਮਹਾਤਮਾ ਗਾਂਧੀ ਵੀ ਇੱਕ ਇਹੋ ਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੰਪਲ ਲਿਵਿੰਗ ਹਾਈ ਥਿੰਕਿੰਗ ਦੀ ਬੜੀ ਵੱਡੀ ਐਗਜ਼ਾਮਪਲ ਪੇਸ਼ ਕੀਤੀ। ਬਿਲਕੁਲ, ਵੀ ਉਹ ਹਮੇਸ਼ਾ ਕਹਿੰਦੇ ਸੀ, ਉਹਨਾਂ ਦਾ ਵਾਕਿਆ ਮੈਂ ਬੜੀ ਵਾਰੀ ਦੁਹਰਾਨਾ ਹੈ ਵੀ ਦੇयर इज़ एवरीथिंग फॉर यूअर नीड बट नॉट फॉर यूअर ग्रीड। ਬਿਲਕੁਲ, ਤੁਹਾਡੀ आवश्यकता ਅਨੁਸਾਰ ਤੁਸੀਂ ਵਰਤੋ ਔਰ ਉਹ ਜਦੋਂ ਕਰਦੇ ਫਿਰ ਸਫਾਈ ਉਹਦਾ ਬਹੁਤ ਵੱਡਾ ਅੰਗ ਹੈ। ਜੀ ਬਿਲਕੁਲ, ਔਰ ਉਹਨਾਂ ਨੇ ਜਿਵੇਂ ਸੁਤੰਤਰਤਾ ਦੇ ਵਿੱਚ ਹਿੱਸਾ ਲਿੱਤਾ ਤੇ ਨਾਲ ਵਿਅਕਤੀ ਦਾ ਜੀਵਨ ਕਿਹੋ ਜਿਹਾ ਹੋਵੇ, ਸਮਾਜ ਦੇ ਵਿੱਚ ਅਸੀਂ ਰਹਿਣਾ ਹੈ, ਇਹ ਮੇਰਾ ਦੇਸ਼ ਹੈ, ਇਹ ਸਾਫ਼ ਸੁਥਰਾ ਰਹਿਣਾ ਚਾਹੀਦਾ। ਉਹ ਕਹਿੰਦੇ ਸੀ ਵੀ ਆਪਣੇ ਕਮਰੇ ਦੀ, ਆਪਣੇ ਰਹਿਣ ਸਹਿਣ ਦੀ ਆਪ ਸਫਾਈ ਕਰਦੇ ਸੀ, ਆਪਣੇ ਇੱਥੇ ਕੰਮ ਕਰਦੇ ਸੀ। ਤਾਂ ਮੈਨੂੰ ਲੱਗਦਾ ਉਹਨਾਂ ਨੂੰ ਸਿੰਬਲਾਈਜ਼ ਕਰਕੇ ਜਦੋਂ ਜੋੜਿਆ ਗਿਆ, ਉਹ ਰਾਸ਼ਟਰਪਿਤਾ ਸੀ, ਉਹਨਾਂ ਨੂੰ ਕਹਿੰਦੇ ਆ। ਤੇ ਮੈਨੂੰ ਲੱਗਦਾ ਹਰ ਵਿਅਕਤੀ ਦੇ ਮਨ 'ਚ ਆਇਆ ਵੀ ਜੇ ਮਹਾਤਮਾ ਗਾਂਧੀ ਨੇ ਇਹ ਸੰਦੇਸ਼ ਦਿੱਤਾ ਤੇ ਅਸੀਂ ਜ਼ਰੂਰੀ ਆਜ਼ਾਦੀ ਵੀ ਲੈ ਲਈਏ, ਪਰ ਦੇਸ਼ ਨੂੰ ਹੋਰ ਉੱਚਾ ਲਿਜਾਣਾ, ਜਿਵੇਂ ਤੁਸੀਂ ਖੁਦ ਕਿਹਾ ਵੀ ਕਈ ਵਾਰੀ ਬੜੇ ਨਾ ਫੌਰਨ ਵਾਲੇ ਆ ਕੇ ਕਹਿੰਦੇ ਨਹੀਂ ਜੀ ਇੱਥੇ ਗੰਦਗੀ ਬੜੀ ਹੈ। ਜੀ ਜੀ, ਤਾਂ ਮੈਨੂੰ ਲੱਗਦਾ ਉਹ ਇੱਕ ਐਵੇਂ ਗਲਤ ਜੀ ਸਾਡੇ ਧਾਰਨਾ ਬਣ ਗਈ ਸੀ ਤੇ ਉਹਨੂੰ ਬਹੁਤ ਅੱਛੀ ਤਰੀਕੇ ਨਾਲ ਅਸੀਂ ਠੀਕ ਕਰ ਚੁੱਕੇ ਹਾਂ ਔਰ ਕਰ ਰਹੇ ਹਾਂ। ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਹ ਵਾਕਈ ਸਵੱਛ ਭਾਰਤ ਤੇ ਹੈ ਹੀ ਹੈ, ਇੱਕ ਸਵੱਛਤਾ ਦਾ ਵੀ ਇੱਕ ਅੱਛਾ ਸਿੰਬਲ ਅਸੀਂ। ਜੀ ਬਿਲਕੁਲ, ਸ਼ਾਂਤੀ ਤੇ ਤਰੱਕੀ ਨੂੰ ਲੈ ਕੇ ਵਿਸ਼ਵ ਸਾਇੰਸ ਦਿਵਸ ਮਨਾਇਆ ਜਾਂਦਾ ਹੈ ਨਾ। ਲਗਾਤਾਰ ਸਾਇੰਸ ਨੇ ਤਰੱਕੀ ਵੀ ਕੀਤੀ, ਸਾਡੀ ਇਸ ਜ਼ਿੰਦਗੀ ਨੂੰ ਨਵੀਆਂ ਰਾਹਾਂ ਵੀ ਵਿਖਾਈਆਂ, ਪਰ ਕਹਿੰਦੇ ਨੇ ਹਰ ਚੀਜ਼ ਦੀ ਯੂਜ਼ੇਜ ਹੋਵੇ ਉਹ ਜ਼ਿਆਦਾ ਵਧੀਆ ਹੈ। ਜਦੋਂ ਮਿਸਯੂਜ਼ ਹੋਣ ਲੱਗਦਾ ਹੈ ਤਾਂ ਸ਼ਾਇਦ ਉਹ ਸਾਡੇ ਤੇ ਹਾਵੀ ਹੋ ਜਾਂਦੀ ਹੈ। ਅੱਜ ਤੁਸੀਂ ਮੋਬਾਈਲ ਦੀ ਯੂਜ਼ੇਜ ਦੀ ਗੱਲ ਕਰ ਲਈ, ਉਹਦੇ ਵਿੱਚੋਂ ਵੀ ਰੇਡੀਏਸ਼ਨ ਨਿਕਲਦੀਆਂ ਨੇ। ਲਗਾਤਾਰ ਬੱਚੇ ਵੀ ਕੰਪਿਊਟਰ ਯੂਜ਼ ਕਰਦੇ ਪਏ ਨੇ, ਦਫ਼ਤਰਾਂ ਦੇ ਵਿੱਚ ਵੀ ਕੰਪਿਊਟਰ ਲਾਈਫ ਹੋ ਗਈ ਹੈ। ਤੇ ਕਿਤੇ ਨਾ ਕਿਤੇ ਤੁਹਾਨੂੰ ਇੰਜ ਨਹੀਂ ਲੱਗਦਾ ਵੀ ਸ਼ਾਇਦ ਅਸੀਂ ਤਰੱਕੀ ਦੇ ਨਾਂ ਦੇ ਹੇਠ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੇ ਹਾਂ? ਬਿਲਕੁਲ ਬਿਲਕੁਲ, ਵਿਗਿਆਨ ਇੱਕ ਉਹ ਜਿਹਾ ਵਿਸ਼ੇ ਹੈ ਜਿਹੜਾ ਬਹੁਤ ਜ਼ਰੂਰੀ ਹੈ, ਪਰ ਇਹਦੀ ਦਿਸ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹ ਉਸ ਤੋਂ ਵੀ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਹੁਣ ਇੱਕ ਵਿਗਿਆਨ ਇਹ ਵੀ ਹੋ ਸਕਦਾ ਜਿਹੜਾ ਬੰਬ ਬਣਾ ਰਿਹਾ, ਜਿਹੜਾ ਹਥਿਆਰ ਬਣਾ ਰਿਹਾ, ਜਿਹੜਾ ਇਹੋ ਜਿਹੀ ਟੈਕਨੋਲੋਜੀ ਬਣਾ ਰਿਹਾ, ਪਰ ਟੈਕਨੋਲੋਜੀ ਦੇ ਅਸੀਂ ਗੁਲਾਮ ਹੋ ਜਾਈਏ ਤੇ ਉਹ ਵਿਗਿਆਨ ਕੀ ਕੰਮ ਆਏਗਾ? ਕੋਈ ਕੰਮ ਨਹੀਂ ਆਏਗਾ। ਬਿਲਕੁਲ, ਠੀਕ ਹੈ।
ਸੋ ਟੈਕਨੋਲੋਜੀ ਬਣਨੀ ਚਾਹੀਦੀ ਹੈ। ਔਰ ਉਸਦੇ ਨਾਲ ਨਾਲ ਜਿਵੇਂ ਤੁਸੀਂ ਵਿਗਿਆਨ ਦੀ ਗੱਲ ਕੀਤੀ, ਕਿਉਂਕਿ ਮੈਂ ਵਾਤਾਵਰਨ ਦਾ ਵਿਗਿਆਨਿਕ ਹੈ, ਤੇ ਕਈ ਵਾਰੀ ਵਿਗਿਆਨ ਇਹੋ ਜਿਹਾ ਬਣ ਜਾਂਦਾ ਵੀ ਜਿਹਦੇ ਨਾਲ ਵਾਤਾਵਰਨ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਜੀ। ਅਸੀਂ ਟੈਕਨੋਲੋਜੀਜ਼ ਲੈਂਦੀਆਂ, ਗ੍ਰੀਨ ਰੈਵੋਲੂਸ਼ਨ ਆ ਗਈ, ਹੋਰ ਜਿਵੇਂ ਤੁਸੀਂ ਹੁਣ ਇਹਦੀ ਰੇਡੀਏਸ਼ਨਸ ਦੀ ਗੱਲ ਕੀਤੀ ਹੈ, ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਵਾਹ 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 ਹਰ ਬੱਚੇ ਕੋਲ ਮੋਬਾਈਲ ਹੈ, ਇੰਡੀਆ ਨੰਬਰ 1 ਹੈ ਇਨਫੋਰਮੇਸ਼ਨ ਟੈਕਨੋਲੋਜੀ, ਪਰ ਕਿਆ ਉਹਦਾ ਨਿਪਟਾਰਾ ਕਿਵੇਂ ਹੋਏਗਾ? ਕਿਆ ਉਹਦੇ ਕੋਈ ਯੂਜ਼ ਮਿਸਯੂਜ਼, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਉਹ ਅਸੀਂ ਪਹਿਲੇ ਸੋਚ ਲਏ ਨੇ? ਇਹ ਨਾ ਹੋਵੇ ਅਸੀਂ ਮਤਲਬ ਮੋਬਾਈਲ ਤੇ ਲੈ ਲਏ ਪਰ ਉਹਨਾਂ ਦੇ ਢੇਰ ਜਿਹੜੇ ਕਿੱਥੇ ਸੁੱਟਣੇ ਨੇ, ਟੀਵੀ ਤੇ ਲਾ ਲਿਆ, ਸਾਰਾ ਕੁਝ ਲਾ ਲਿਆ, ਪਰ ਉਹ ਕਿੱਥੇ ਸੁੱਟਣਾ? ਬਿਲਕੁਲ। ਸੋ ਉਹ ਬਹੁਤ ਜ਼ਰੂਰੀ ਹੈ। ਔਰ ਹਮੇਸ਼ਾ ਹੀ ਭਾਰਤ ਦੇ ਅੰਦਰ ਜਿਹੜਾ ਵਿਗਿਆਨ ਰਿਹਾ, ਔਰ ਇਸ ਦਿਵਸ ਦਾ ਵੀ ਇੱਕ ਵਿਸ਼ੇ ਹੈ ਵੀ ਵਿਗਿਆਨ ਜਿਹੜਾ ਸੁਸਾਇਟੀ ਨਾਲ ਜੁੜੇ। ਇਕੱਲਾ ਇਹ ਨਹੀਂ ਵੀ ਜਿਹੜਾ ਕੋਈ PhD ਹੈ, ਕੋਈ MPhil ਹੈ, ਕੋਈ ਡਿਗਰੀ ਹੋਲਡਰ ਹੈ, ਉਹੀ ਵਿਗਿਆਨਿਕ ਹੈ। ਵਿਗਿਆਨਿਕ ਉਹ ਹੋ ਸਕਦਾ ਹੈ ਜਿਹਦੀ ਵਿਗਿਆਨਿਕ ਸੋਚ ਹੈ, ਜਿਹੜਾ ਵਿਗਿਆਨ ਦੇ ਨਾਤੇ ਸਮਾਜ ਨੂੰ, ਸੁਸਾਇਟੀ ਨੂੰ, ਆਪਣੀ ਕੰਟਰੀ ਨੂੰ, ਮੈਂ ਤਾਂ ਕਹਿੰਦਾ ਪੂਰੇ ਵਿਸ਼ਵ ਨੂੰ ਇੱਕ ਸਹੀ ਦਿਸ਼ਾ ਔਰ ਇੱਕ ਸਹੀ ਸੋਚ ਦੇਵੇ, ਔਰ ਪਰ ਉਸ ਟੈਕਨੋਲੋਜੀ ਦਾ ਨੁਕਸਾਨ ਨਾ ਹੋਵੇ। ਆਉਣ ਵਾਲੇ ਸਮੇਂ 'ਚ ਲੌਂਗ ਟਰਮ ਉਹਨੂੰ ਵਿਚਾਰਿਆ ਜਾਵੇ ਔਰ ਉਹਦੇ ਨਾਲ ਵਾਤਾਵਰਨ ਦਾ ਵੀ ਨੁਕਸਾਨ ਨਾ ਹੋਵੇ। ਇਹ ਬਹੁਤ ਜ਼ਰੂਰੀ ਹੈ। ਬਿਲਕੁਲ, ਦਿਸ਼ਾ ਬਹੁਤ ਜ਼ਰੂਰੀ। ਬਿਲਕੁਲ। ਇੱਕ ਨਾ ਆਮ ਧਾਰਨਾ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਮਨਾਂ ਦੇ ਵਿੱਚ, ਕਿ ਸ਼ਾਇਦ ਸਾਇੰਟਿਸਟ ਜਾਂ ਵਿਗਿਆਨੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਨੇ, ਜਦ ਕਿ ਸਾਡੇ ਭਾਰਤ ਦਾ ਬਹੁਤ ਵੱਡਾ ਰੋਲ ਹੈ। ਹੁਣ ਜੇ ਅਸੀਂ COVID-19 ਦੀ ਗੱਲ ਕਰ ਲਈਏ, ਟੀਕਾ ਭਾਰਤ ਨੇ ਕੱਢਿਆ, ਜਿਹਨੂੰ ਬਹੁਤ ਸਾਰੇ ਦੇਸ਼ਾਂ ਨੇ ਹੁਣ ਮਾਨਤਾ ਦੇ ਦਿੱਤੀ। ਇਹ ਵੀ ਇਸ ਲਈ ਵੀ ਅਸੀਂ ਵਧਾਈ ਦਾ ਪਾਤਰ ਬਣਦਾ ਹੈ ਹਰ ਇੱਕ ਨਾਗਰਿਕ ਸਾਡੇ ਦੇਸ਼ ਦਾ। ਤੇ ਤੁਸੀਂ ਉਸ ਧਾਰਨਾ ਨੂੰ ਕਿਵੇਂ ਲੈਂਦੇ ਹੋ ਕਿ ਵਿਗਿਆਨੀ ਬਾਹਰ ਹੀ ਬੈਠੇ ਨੇ? ਬਿਲਕੁਲ, ਮੈਂ ਤੇ ਇਸ ਗੱਲ ਦਾ ਪ੍ਰਸ਼ਨ ਵੀ ਕਰਦਾ, ਸ਼ਾਇਦ ਅੱਜ ਵੀ ਉਠਾ ਰਹੇ ਹਾਂ, ਤੇ ਬਈ ਅਸੀਂ ਕਈ ਵਾਰੀ ਇਹ ਸੋਚਣ ਲੱਗ ਪੈਂਦੇ ਵੀ ਵਿਗਿਆਨ ਸ਼ਾਇਦ ਨਾ ਵਿਦੇਸ਼ਾਂ 'ਚੋਂ ਆਇਆ, ਕੋਈ ਨਿਊਟਨ, ਕੋਈ ਗਲੀਲੀਓ, ਕੋਈ ਇਹੋ ਜਿਹੇ ਜੌਨਸਨ, ਇਹੋ ਜਿਹੇ ਸਾਇੰਟਿਸਟ ਹੀ, ਪਰ ਅਸੀਂ ਆਪਣੇ ਭਾਰਤ ਦੇ ਵਿਗਿਆਨਿਕਾਂ ਨੂੰ ਭੁੱਲ ਗਏ। ਔਰ ਭਾਰਤ ਦੀ ਜਿਹੜੀ ਸੰਪਦਾ ਹੈ, ਵਿਗਿਆਨਿਕ ਸੰਪਦਾ ਹੈ, ਜਿਹਨੂੰ ਅਸੀਂ ਟ੍ਰੈਡੀਸ਼ਨਲ ਇੰਡੀਅਨ ਸਾਇੰਸ ਕਹਿ ਸਕਦੇ ਹਾਂ, ਔਰ ਜਿਹੜੀ ਕਿ ਕੋਈ ਮਤਲਬ ਇਹੋ ਜਿਹੇ ਜਿਵੇਂ ਕਹਿੰਦੇ ਫਿਰ ਅਗੇਨ PhD ਜਾਂ ਉਸ ਡਿਗਰੀਆਂ ਨਾਲ ਨਹੀਂ ਜੁੜੀ, ਬਟ ਉਹ ਵਿਗਿਆਨਿਕ ਮਤਲਬ ਜੇ ਅਸੀਂ ਗੁਰੂ ਨਾਨਕ ਜੀ ਦੀ ਗੱਲ ਕਰੀਏ, ਉਸ ਤੋਂ ਵੱਡਾ ਵਿਗਿਆਨਿਕ ਕੌਣ ਹੋ ਸਕਦਾ? ਬ੍ਰਹਮਾਂਡ ਦੀ ਆਰਤੀ ਦੀ ਉਹਨਾਂ ਨੇ ਗੱਲ ਕੀਤੀ। ਇਸੇ ਤਰ੍ਹਾਂ ਸਾਡੇ ਵੇਦ ਨੇ, ਗ੍ਰੰਥ ਨੇ, ਰਿਸ਼ੀ ਮੁਨੀ ਨੇ, ਆਯੁਰਵੇਦਾ ਦੀ ਗੱਲ ਹੈ, ਯੋਗਾ ਦੀ ਗੱਲ ਹੈ, ਇਹ ਸਾਰੇ ਕਿੱਥੋਂ ਉਤਪਤ ਹੋਏ? ਇਹ ਹਿੰਦੁਸਤਾਨ ਚੋਂ ਉਤਪਤ। ਔਰ ਇਹ ਵਿਗਿਆਨ ਹੀ ਹੈ ਜਿਹਦਾ ਅਸੀਂ ਜਗਦੀਸ਼ ਚੰਦਰ ਬਸੂ, ਮੈਂ ਤਾਂ ਕਿਹਾ ਉਹ ਵਿਗਿਆਨ ਭਾਰਤ ਦਾ, ਠੀਕ ਹੈ ਅਸੀਂ ਕਿਸੇ ਕਾਰਨ ਗੁਲਾਮ ਰਹੇ, ਔਰ ਉਹ ਮੈਨੂੰ ਲੱਗਦਾ ਦੂਸਰੇ ਲੋਕਾਂ ਨੇ ਆਪਣੀ ਗੱਲ ਨੂੰ ਹਾਵੀ ਕਰ ਲਿਆ। ਸਾਨੂੰ ਸਮਝਣਾ ਪਏਗਾ ਵੀ ਅਸੀਂ ਵਿਗਿਆਨਿਕ ਤੌਰ ਤੇ, ਕਲਚਰਲ ਤੌਰ ਤੇ, ਨੌਲੇਜ ਦੇ ਤੌਰ ਤੇ, ਵਿਜ਼ਡਮ ਦੇ ਤੌਰ ਤੇ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਉਹ ਸਾਡਾ ਹਿੱਸਾ ਹੈ। ਔਰ ਉਸਨੇ ਸੁਸਾਇਟੀ ਨੂੰ, ਜਿਵੇਂ ਅਸੀਂ ਕਹਿੰਦੇ ਆ ਵੀ ਸਰਬੱਤ ਦਾ ਭਲਾ ਵਾਲੀ ਗੱਲ ਸੁਣਾਈ ਹੈ ਵੀ ਵਿਗਿਆਨ ਉਹ ਹੋਵੇ ਜਿਹਦੇ ਨਾਲ ਮੇਰੀ ਤਰੱਕੀ ਨਾ ਹੋਵੇ, ਸਮਾਜ ਦੀ ਤਰੱਕੀ ਹੋਵੇ, ਮੇਰਾ ਨਾਂ ਨਾ ਹੋਵੇ, ਮੇਰੇ ਨਾਂ ਦਾ ਪੇਟੈਂਟ ਨਾ ਹੋਵੇ। ਸੋ ਉਸ ਤਰ੍ਹਾਂ ਦਾ ਜਿਹੜਾ ਸਾਡਾ ਭਾਰਤ ਦਾ ਵਿਗਿਆਨ ਹੈ, ਮੈਨੂੰ ਲੱਗਦਾ ਉਹ ਸਿਲੇਬਸ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ, ਔਰ ਉਹਦੇ ਬਾਰੇ ਸਮਝ ਵੀ ਆਉਣੀ ਚਾਹੀਦੀ ਹੈ। ਔਰ ਭਾਰਤ ਦੇ ਵਿਗਿਆਨਿਕਾਂ ਦਾ ਨਾਂ ਵੀ, ਉਹਨਾਂ ਦੇ ਜੀਵਨ ਚਰਿੱਤਰ, ਕਹਿੰਦੇ ਨੇ ਜਦੋਂ CV ਰਮਨ ਜੀ ਨੂੰ ਮਿਲਿਆ ਸੀ ਨੋਬਲ ਪ੍ਰਾਈਜ਼, ਤੇ ਉਹ ਥੋੜਾ ਰੋ ਪਏ ਸੀ, ਕਿਉਂਕਿ ਉੱਥੇ ਯੂਨੀਅਨ ਜੈਕ ਸੀ, ਉੱਥੇ ਇੰਡੀਅਨ ਟ੍ਰਾਈ ਕਲਰ ਉਸ ਸਮੇਂ ਨਹੀਂ ਸੀ। ਉਹਨਾਂ ਨੂੰ ਇਹ ਲੱਗਾ ਵੀ ਦੇਖੋ ਮੈਂ ਗੁਲਾਮ ਹੈ ਇਸ ਸਮੇਂ। ਜਗਦੀਸ਼ ਚੰਦਰ ਬਸੂ ਦੇ ਬਾਰੇ ਆਂਦਾ ਵੀ ਉਹਨਾਂ ਨੇ ਵਾਇਰਲੈਸ ਦੀ ਲੱਭਿਆ ਸੀ, ਉਹ ਜਾ ਕੇ ਮਾਰਕੋਨੀ ਨੇ ਉਹਨੂੰ ਪੇਟੈਂਟ ਆਪਣੇ ਨਾਂ ਤੇ ਕਰਾ ਲਿਆ। ਸੋ ਇਹ ਵੀ ਮਤਲਬ ਹੋਇਆ। ਔਰ ਅਸੀਂ ਐਤਕੀ ਦੇ ਸੁਤੰਤਰਤਾ ਦਾ ਜਿਹੜਾ ਆਜ਼ਾਦੀ ਮਹੋਤਸਵ ਮਨਾ ਰਹੇ ਹਾਂ, ਉਹਦੇ ਅੰਦਰ ਬੜਾ ਅੱਛਾ ਅਸੀਂ ਪੇਸ਼ਕਸ਼ ਕਰ ਰਹੇ ਹਾਂ ਵੀ ਵਿਗਿਆਨਿਕਾਂ ਨੇ ਵੀ ਭਾਰਤ ਦੀ ਆਜ਼ਾਦੀ ਦੇ ਵਿੱਚ ਕਿਸ ਤਰ੍ਹਾਂ ਦਾ ਹਿੱਸਾ ਪਾਇਆ ਸੀ, JC ਬਸੂ ਦਾ। ਔਰ ਕਹਿੰਦੇ ਨੇ ਉਹ ਕਲਕੱਤਾ ਕਿਉਂਕਿ ਉਹ ਫਰਕ ਸੀ, ਉਹਨਾਂ ਨੂੰ ਅੰਗਰੇਜ਼ਾਂ ਦੇ ਬਰਾਬਰ ਤਨਖਾਹ ਨਹੀਂ ਦਿੱਤੀ, ਕਲਕੱਤੇ ਕਾਲਜ 'ਚ ਪੜ੍ਹਾਉਂਦੇ ਸੀ। ਉਹਨਾਂ ਨੇ ਮਨਾ ਕਰਤਾ, ਕਹਿੰਦੇ ਠੀਕ ਹੈ ਮੈਂ ਉਨਾ ਹੀ ਕੁਆਲੀਫਾਈਡ ਹਾਂ, ਮੈਂ ਉਨਾ ਹੀ ਪੜ੍ਹਿਆ, ਤੇ ਮੈਂ ਕਿਉਂ ਬਰਾਬਰ ਤਨਖਾਹ ਨਾ ਲਵਾਂ। ਫਿਰ ਸਾਲ ਡੇਢ ਸਾਲ ਬਾਅਦ ਉਹਨਾਂ ਨੇ ਕਿਸਮ ਦੀ, ਇਹ ਵੀ ਐਜੀਟੇਸ਼ਨ ਹੀ ਹੈ ਜਿਵੇਂ ਮਹਾਤਮਾ ਗਾਂਧੀ ਜੀ ਨੇ ਕੀਤੀ, ਔਰ ਫਿਰ ਦੁਬਾਰਾ ਉਹਨਾਂ ਨੂੰ ਉਹਦੇ ਬਰਾਬਰ। ਸਾਇੰਸ ਲਗਾਤਾਰ ਸਾਡੇ ਨਾਲ ਜੁੜੀ ਹੈ। ਸਾਇੰਸ ਜਿੱਥੇ ਸਾਨੂੰ ਅੱਗੇ ਤੋਰਦੀ ਹੈ, ਸਾਇੰਸ ਸਾਨੂੰ ਇਹ ਵੀ ਦੱਸਦੀ ਹੈ, ਸਾਡਾ ਸਮਾਜ ਸਾਨੂੰ ਇਹ ਵੀ ਦੱਸਦਾ ਹੈ, ਸਾਡੀ ਸੰਸਕ੍ਰਿਤੀ ਇਹ ਵੀ ਦੱਸਦੀ ਹੈ ਕਿ ਅਸੀਂ ਕੁਦਰਤ ਨੂੰ ਸਾਂਭਣਾ ਹੈ। ਕੁਦਰਤ ਨੇ ਬਹੁਤ ਸਾਰੇ ਸਾਨੂੰ ਨਿਆਮਤਾਂ ਦਿੱਤੀਆਂ ਨੇ, ਜਿਸ ਵਿੱਚ ਹਵਾ ਵੀ ਹੈ, ਪਾਣੀ ਵੀ ਹੈ, ਧਰਤੀ, ਆਸਮਾਨ, ਪੰਛੀ, ਪੌਦੇ, ਸਾਰਾ ਕੁਝ ਸਾਡਾ ਹਿੱਸਾ ਨੇ ਜ਼ਿੰਦਗੀ ਦਾ। ਪਰ ਅੱਜ ਧਰਤੀ ਵੀ ਗੰਦੀ ਹੋ ਰਹੀ ਹੈ, ਪਾਣੀ ਵੀ ਗੰਦਾ ਹੋ ਰਿਹਾ ਹੈ, ਤੇ ਅਸੀਂ ਕਹਿ ਰਹੇ ਹਾਂ ਕਿ ਪ੍ਰਦੂਸ਼ਿਤ ਹੋ ਗਿਆ, ਸਭ ਕੁਝ ਪ੍ਰਦੂਸ਼ਣ ਨੇ ਆਪਣੇ ਕਲਾਵੇ ਵਿੱਚ ਲੈ ਲਿਆ। ਸਭ ਤੋਂ ਜਿਹੜੀ ਮੇਨ ਗੱਲ ਸਾਡੇ ਮਾਈਂਡ ਦੇ ਵਿੱਚ ਆਉਂਦੀ ਹੈ, ਪੋਲਿਊਸ਼ਨ ਸ਼ਬਦ ਤੇ ਆ ਗਿਆ, ਪ੍ਰਦੂਸ਼ਣ ਸ਼ਬਦ ਤੇ ਆ ਗਿਆ, ਪਰ ਕਿੰਨੀਆਂ ਕੁ ਕਿਸਮਾਂ ਦਾ ਪ੍ਰਦੂਸ਼ਣ ਹੈ? ਬਿਲਕੁਲ ਤੁਸੀਂ ਠੀਕ ਕਿਹਾ ਵੀ ਅਸੀਂ ਤਰੱਕੀ ਦੇ ਮਾਡਲ ਤੇ ਬਣਾ ਲਏ,
ਪਰ ਤਰੱਕੀ ਜਾਂ ਵਿਗਿਆਨ ਦੇ ਵੀ ਮਾਡਲ ਬਣਾ ਰਹੇ, ਪਰ ਉਹਦਾ ਵਾਤਾਵਰਣ ਨੂੰ ਕੀ ਨੁਕਸਾਨ ਹੋ ਗਿਆ ਸ਼ਾਇਦ ਇੰਨਾ ਅਸੈਸ ਨਹੀਂ ਕੀਤਾ ਜਾਂ ਉਹਦੇ ਵੱਲ ਜਾਣ ਕੇ ਅੱਖਾਂ ਮੀਚ ਲੀਆਂ। ਇਸ ਪਿੱਛੇ ਅਸੀਂ ਬਾਰ-ਬਾਰ ਉਸ ਗੱਲ ਨੂੰ ਉਜਾਗਰ ਕਰਦੇ ਹਾਂ ਔਰ ਉਸੇ ਕਾਰਨ ਪੋਲੂਸ਼ਨ ਆ ਗਈ। ਤੇ ਅੱਜ ਤੋਂ ਜੇ 50-60 ਸਾਲ ਪਹਿਲੇ ਦੇਖੀਏ ਤਾਂ ਮੈਨੂੰ ਲੱਗਦਾ ਸਾਰਾ ਕੁਝ ਸਾਫ਼ ਸੁਥਰਾ ਸੀ। ਸੋ ਤਰੱਕੀ ਤੇ ਹੋ ਗਈ, ਪਰ ਉਹਦੇ ਨਾਲ ਹੁਣ ਬੇਸਿਕਲੀ ਅਸੀਂ ਜਦੋਂ ਸ਼ੁਰੂ 'ਚ ਪੜ੍ਹਾਉਂਦੇ ਸੀ ਤੇ ਅਸੀਂ ਦੋ ਗੱਲਾਂ ਕਰਦੇ ਸੀ ਜੀ, ਹਵਾ ਦਾ ਪ੍ਰਦੂਸ਼ਣ ਹੈ, ਪਾਣੀ ਦਾ ਪ੍ਰਦੂਸ਼ਣ। ਪਰ ਉਹ ਗੱਲਾਂ ਵੱਧਦੇ ਨੋਇਸ ਵਾਲਾ ਪੋਲੂਸ਼ਨ ਹੋ ਗਿਆ, ਫਿਰ ਸੋਲਿਡ ਵੇਸਟ ਵਾਲਾ ਪੋਲੂਸ਼ਨ ਹੋ ਗਿਆ, ਇਲੈਕਟ੍ਰੋਨਿਕ ਵੇਸਟ ਵਾਲਾ ਪੋਲੂਸ਼ਨ ਹੋ ਗਿਆ, ਪਲਾਸਟਿਕ ਵਾਲਾ ਪ੍ਰਦੂਸ਼ਣ ਹੋ ਗਿਆ, ਥਰਮੋਕੋਲ ਵਾਲਾ ਪ੍ਰਦੂਸ਼ਣ ਹੋ ਗਿਆ, ਸੋਲਿਡ ਵੇਸਟ ਦੇ ਪਹਾੜ ਬਣ ਗਏ, ਜਿਹੜੀ ਰੇਡੀਏਸ਼ਨਸ ਦਾ ਪ੍ਰਦੂਸ਼ਣ ਹੋ ਗਿਆ। ਮਤਲਬ ਫਿਰ ਮੈਨੂੰ ਤਾਂ ਹੁਣ ਕਈ ਵਾਰੀ ਸਮਝ ਨਹੀਂ ਆਉਂਦਾ ਵੀ ਕੋਈ ਵਿਸ਼ੇ ਇਹੋ ਜਿਹਾ ਰਹਿ ਹੀ ਨਹੀਂ ਗਿਆ ਜਿਹਦੇ ਪ੍ਰਦੂਸ਼ਣ ਨਹੀਂ ਹੋ ਗਿਆ। ਪ੍ਰਦੂਸ਼ਣ ਉਹ ਹੁੰਦਾ ਹੈ ਵੀ ਜਦੋਂ ਉਸ ਚੀਜ਼ ਦੀ ਲਿਮਿਟ ਤੋਂ ਐਕਸੈਸ ਉਸ ਚੀਜ਼ ਨੂੰ ਅਸੀਂ ਬਣਾਤਾ ਸਮਾਜ ਦੇ ਵਿੱਚ ਔਰ ਉਹਦਾ ਨਿਪਟਾਰਾ ਨਹੀਂ ਕਰ ਰਹੇ। ਜੀ ਬਿਲਕੁਲ। ਸੋ ਇਸ ਤਰ੍ਹਾਂ ਮਤਲਬ ਹਰ ਰੋਜ਼ ਮੈਨੂੰ ਤਾਂ ਲੱਗਦਾ ਨਵੀਂ ਪ੍ਰਦੂਸ਼ਣ। ਬਿਲਕੁਲ ਨਿਊਕਲੀਅਰ ਤੁਸੀਂ ਹੁਣ ਫਿਊਲ ਯੂਜ਼ ਕਰ ਰਹੇ ਹੋ, ਨਿਊਕਲੀਅਰ ਵੇਸਟ ਕਿੱਥੇ ਜਾਊਗਾ? ਕੱਲ ਨੂੰ ਕੋਈ ਉਹਦੇ ਨਾਲ ਐਕਸੀਡੈਂਟ ਹੋ ਗਿਆ, ਠੀਕ ਹੈ। ਬਿਲਕੁਲ। ਮੈਂ ਤਾਂ ਕਈ ਵਾਰੀ ਕਹਿੰਦਾ ਵੀ ਇਹ ਜਿਹੜੇ ਪੋਲੂਸ਼ਨ ਹੁਣ ਪੋਲੂਸ਼ਨ ਨਹੀਂ ਰਹਿ ਗਿਆ, ਪੋਲੂਸ਼ਨ ਡਿਜ਼ਾਸਟਰ ਜਿਹਾ ਬਣਨ ਲੱਗਾ। ਬਿਲਕੁਲ ਜੀ ਬਿਲਕੁਲ। ਸਾਡੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਰ ਬੰਨਿਓ ਪੋਲੂਸ਼ਨ ਨੇ ਘੇਰਿਆ ਹੈ, ਬਰਬਾਦ ਕਰ ਰਿਹਾ ਹੈ, ਚਾਹੇ ਉਹੀ ਸੋਲਿਡ ਹੋ ਜਾਏ, ਚਾਹੇ ਲਿਕੁਇਡ ਦੇ ਵਿੱਚ ਲੈ ਲਈਏ, ਚਾਹੇ ਅਸੀਂ ਹਵਾ ਦੀ ਗੱਲ ਕਰ ਲਈਏ, ਸਾਰੇ ਬੰਨੇ ਪੋਲੂਸ਼ਨ ਹੈ। ਪਰ ਹੁਣ ਫੈਕਟਰੀਜ਼ ਵੀ ਲੱਗਦੀਆਂ ਨੇ। ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਜ਼ ਲੱਗੀਆਂ ਨੇ, ਪਰ ਸਹੀ ਰੂਲ ਰੈਗੂਲੇਸ਼ਨ ਦੇ ਵਿੱਚ ਮੇਰੇ ਹਿਸਾਬ ਨਾਲ ਨਹੀਂ ਚੱਲ ਰਹੀਆਂ। ਥਾਂ ਤੇ ਐਜੀਟੇਸ਼ਨ ਹੋ ਰਹੀਆਂ ਨੇ, ਕਿਤੇ ਧਰਨੇ ਲੱਗ ਰਹੇ ਨੇ। ਕਿਉਂ ਮਹਿਕਮੇ ਕੀ ਸੁਹਿਰਦ ਨਹੀਂ ਹਨ ਕਿ ਉਹਨਾਂ ਫੈਕਟਰੀਜ਼ ਦੀ ਲਗਾਤਾਰ ਚੈੱਕਅਪ ਨਹੀਂ ਹੋ ਰਹੀ? ਨਹੀਂ ਬਿਲਕੁਲ ਹੋ ਰਿਹਾ ਜੀ। ਇਹ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਸੈਂਟਰ ਦੇ 에ਅਰ ਐਕਟ ਔਰ ਵਾਟਰ ਐਕਟ ਦੇ ਅੰਡਰ ਬਣਿਆ ਔਰ ਸਾਰੀਆਂ ਸਟੇਟਾਂ 'ਚ ਬਣਿਆ। ਇਹਦੀ ਡਿਊਟੀ ਹੀ ਨਾਂ ਤੋਂ ਹੀ ਹੈ ਪੋਲੂਸ਼ਨ ਕੰਟਰੋਲ ਬੋਰਡ। ਬਿਲਕੁਲ ਠੀਕ ਹੈ, ਪਰ ਇਹ ਹੈ ਵੀ ਰਲ ਮਿਲ ਕੇ ਕੰਮ ਹੋਏਗਾ, ਠੀਕ ਹੈ ਨਾ। ਅਸੀਂ ਇੱਕ ਨੂੰ ਮਤਲਬ ਸਾਡੇ ਕੋਲ ਇੰਪਲੀਮੈਂਟੇਸ਼ਨ ਦਾ ਕੰਮ ਹੈ, ਸਾਡੀ ਡਿਊਟੀ ਹੈ, ਪਰ ਜਿਹੜਾ ਇੰਡਸਟਰੀ ਹੈ, ਜਿਹੜਾ ਪ੍ਰੋਜੈਕਟਸ ਲਗਾਉਣ ਵਾਲੇ, ਉਹਨਾਂ ਨੂੰ ਸਮਝਣਾ ਪਏਗਾ ਉਹਨਾਂ ਦੇ ਮਨ 'ਚ ਕੀ ਰਹਿੰਦਾ ਵੀ ਅਸੀਂ ਨਾ ਸਿਰਫ ਪ੍ਰੋਡਕਸ਼ਨ ਕਰਨੀ ਹੈ, ਅਸੀਂ ਤੇ ਕੱਪੜਾ ਬਣਾਉਣਾ ਹੈ, ਅਸੀਂ ਤੇ ਟੈਕਸਟਾਈਲ ਦਾ ਕੰਮ ਕਰਨਾ ਹੈ। ਉਹਨਾਂ ਨੂੰ ਲੱਗਦਾ ਵੀ ਇਹ ਬਾਕੀ ਚੀਜ਼ਾਂ ਸੰਭਾਲਣਾ ਤੇ ਸ਼ਾਇਦ ਸਰਕਾਰ ਦਾ। ਜਦੋਂ ਅਸੀਂ ਉੱਥੇ ਥੋੜੀ ਜਿਹੀ ਮੁਸ਼ਕਲ ਲਾਏ ਵੀ ਅਸੀਂ ਸੋਚਣਾ ਨਹੀਂ, ਜਿਹੜਾ ਇਹਦੇ ਤੋਂ ਵੇਸਟ ਨਿਕਲੇਗਾ, ਜਿਹੜਾ ਇੱਥੋਂ ਗੰਦਾ ਪਾਣੀ ਨਿਕਲੇ, ਉਹਦਾ ਨਿਪਟਾਰਾ ਕਰਨਾ ਵੀ ਫੈਕਟਰੀ ਦੇ ਮਾਲਕ ਦਾ ਕੰਮ ਹੈ। ਹੋ ਸਕਦਾ ਸ਼ੁਰੂ 'ਚ ਇਸ ਤਰ੍ਹਾਂ ਦੀ ਗੱਲਾਂ ਉਹਨਾਂ ਦੇ ਧਿਆਨ 'ਚ ਨਹੀਂ ਰਹੀਆਂ, ਜਾਂ ਸਲੋਲੀ, ਜਿਸ ਤਰ੍ਹਾਂ ਮੈਂ ਖੁਦ ਦੱਸ ਰਿਹਾ ਵੀ ਅਸੀਂ ਉਹ ਜੇ ਐਨਾਲਿਸਿਸ ਕਰ ਲੈਂਦੇ ਵੀ ਪੋਲੂਸ਼ਨ, ਤੇ ਹੁਣ ਉਹ ਜਿਹਾ ਐਕਟ ਬਣਿਆ ਵੀ ਅਸੀਂ ਫਿਰ ਇੱਕ ਵਰਡ ਆ ਗਿਆ, ਇਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਵੀ ਆ ਗਿਆ। ਉਹਦੇ 'ਚ ਇਨਵਾਇਰਨਮੈਂਟ ਕਲੀਅਰੈਂਸ ਦਿੰਦੇ EC, ਜਿਹੜੇ ਵੱਡੇ ਪ੍ਰੋਜੈਕਟਸ ਨੇ ਸਟੇਟ ਲੈਵਲ ਦੇ, ਨੈਸ਼ਨਲ ਲੈਵਲ ਦੇ, ਵੀ ਜੇ ਕੋਈ ਪ੍ਰੋਜੈਕਟ ਤੁਸੀਂ ਲਗਾ ਰਹੇ ਹੋ, ਚਾਹੇ ਹਾਊਸਿੰਗ ਦਾ ਪ੍ਰੋਜੈਕਟ ਹੈ, ਚਾਹੇ ਇੰਡਸਟਰੀ ਹੈ, ਉਹਦੇ ਅਸੀਂ ਰੂਲਸ ਬਣੇ ਨੇ, ਉਹਨੂੰ ਇਨਵਾਇਰਨਮੈਂਟ ਕਲੀਅਰੈਂਸ ਲੈਣੀ ਪਏਗੀ। ਉਹ ਕਲੀਅਰੈਂਸ ਲੈਣ ਤੋਂ ਬਿਨਾਂ ਇੱਕ ਇੱਟ ਵੀ ਨਹੀਂ ਲਾ ਸਕਦਾ, ਠੀਕ ਹੈ ਨਾ। ਤਾਂ ਉਹ ਜ਼ਰੂਰੀ ਹੋ ਗਿਆ। ਹੁਣ ਤੇ ਉਹ ਠੀਕ ਹੈ, ਪਰ ਜਿਹੜੇ ਪਿਛਲੇ ਲੱਗੇ ਸੀ ਉਹਨਾਂ ਨੂੰ ਕਈ ਵਾਰੀ ਮਾਈਂਡ 'ਚ ਉਹਨਾਂ ਨੂੰ ਲੱਗਦਾ ਵੀ ਇਹ ਕੰਪਲਸ਼ਨ ਹੈ। ਇਟਸ ਨਾਟ ਕੰਪਲਸ਼ਨ। ਮੈਂ ਤਾਂ ਕਿਹਾ, ਫਿਰ ਤੁਸੀਂ ਖੁਦ ਗੱਲ ਕੀਤੀ, ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਹਵਾ ਸਾਫ਼ ਦੇਣੀ ਚਾਹੀਦੀ ਹੈ, ਪਾਣੀ ਸਾਫ਼ ਦੇਣਾ ਚਾਹੀਦਾ ਹੈ। ਡਿਵੈਲਪਮੈਂਟ ਜੇ ਤੇ ਬਿਲਡਿੰਗਾਂ ਦੇ ਵੱਡੀਆਂ ਨਜ਼ਰ ਆ ਗਈਆਂ, ਸੜਕਾਂ ਵੀ ਨਾ, ਵੱਡੇ ਸ਼ਹਿਰ ਵੀ ਨਜ਼ਰ ਆ ਗਏ, ਪਰ ਉੱਥੇ ਹਵਾ ਹੀ ਨਹੀਂ ਹੋਏਗੀ। ਬਿਲਕੁਲ ਜੀ, ਸਾਡੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਸਰਕਾਰ ਦੇ ਨਾਲ ਚੱਲੀਏ, ਅਸੀਂ ਵੀ ਆਪਣੀ ਰਿਸਪੌਂਸਿਬਿਲਿਟੀ ਨੂੰ ਸਮਝੀਏ। ਜਲਵਾਯੂ ਪਰਿਵਰਤਨ, ਓਜ਼ੋਨ ਲੇਅਰ ਜਾਂ ਗਲੋਬਲ ਵਾਰਮਿੰਗ ਦਾ ਰੌਲਾ ਹੈ, ਇਸ ਉੱਤੇ ਅਸੀਂ ਗੱਲਬਾਤ ਕਰਨੀ ਹੈ। ਪਰ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਇੱਕ ਸਮਾਂ ਹੋ ਗਿਆ ਹੈ ਜੀ, ਗੀਤ ਸ਼ਾਮਲ ਕਰ ਲਈਏ। ਆਓ ਜੁੜਦੇ ਹਾਂ ਜੀ ਗੀਤ ਨੂੰ। ਹਵਾਵਾਂ ਹੀ ਬਿਮਾਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ ਰਹਿਣਾ। ਹਵਾਵਾਂ ਹੀ ਬਿਮਾਰ ਹੋ ਗਈਆਂ, ਹਵਾਵਾਂ ਹੀ ਬਿਮਾਰ ਹੋ ਗਈਆਂ। ਰੱਬ ਦਾ ਹੀ ਰੂਪ ਜਿਹੜਾ ਤਾਈ ਪਾਲਦਾ, ਘਟਦਾ ਏ ਪੁੰਨ ਵਾਤਾਵਰਨ ਸੰਭਾਲਦਾ, ਰੱਬ ਦਾ ਹੀ ਰੂਪ ਜਿਹੜਾ ਰੁੱਖਾਂ ਤਾਈ ਪਾਲਦਾ, ਘਟਦਾ ਏ ਪੁੰਨ ਵਾਤਾਵਰਨ ਸੰਭਾਲਦਾ। ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ, ਰੁੱਖ ਰਹੇ ਨਾ ਮਨੁੱਖ ਵੀ ਨਹੀਂ ਰਹਿਣਾ। ਰੁੱਤਾਂ ਹੀ ਖੁਆਰ ਹੋ ਗਈਆਂ, ਸਿਹਤਮੰਦ ਨਹੀਂ ਕਿਸੇ ਨੇ
ਪੰਛੀਆ ਤੂੰ ਸੁੱਖ ਬੜੇ ਮਾਨਣੇ ਸੋਚਾਂ ਦੀਆਂ ਸ਼ਾਖਾਂ ਤੇ ਗਿਆਨ ਵਾਲੇ ਆਲਣੇ ਪਾਲ ਜਦੋਂ ਪੰਛੀਆ ਤੂੰ ਸੁੱਖ ਬੜੇ ਮਾਨਣੇ ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ ਹੱਦੋਂ ਵੱਧ ਕੇ ਦਵਾਈਆਂ ਅਤੇ ਖਾਦਾਂ ਮਨੁੱਖਤਾ ਤੇ ਵਾਰ ਹੋ ਗਈਆਂ ਸਿਹਤਮੰਦ ਨਹੀਂ ਕਿਸੇ ਨੇ ਰਹਿਣਾ ਹਵਾਵਾਂ ਹੀ ਬਿਮਾਰ ਹੋ ਗਈਆਂ ਹਵਾਵਾਂ ਹੀ। ਜੀ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਵਿਸ਼ਵ ਵਿਗਿਆਨ ਦਿਵਸ ਦੇ ਉੱਤੇ, ਜੋ ਕਿ ਤਰੱਕੀ ਅਤੇ ਸਾਡੀ ਡਿਵੈਲਪਮੈਂਟ ਨੂੰ ਲੈ ਕੇ ਨਾਲ ਪੀਸ ਨੂੰ ਲੈ ਕੇ ਨਾਲ ਅਸੀਂ ਸਮਰਪਿਤ ਹੋ ਕੇ ਗੱਲਬਾਤ ਕਰਦੇ ਹਾਂ। ਵਿਸ਼ਵ ਵਿਗਿਆਨ ਦਿਵਸ ਦੇ ਉੱਤੇ ਡਾਕਟਰ ਆਦਰਸ਼ਪਾਲ ਵਿਗ ਜੀ ਸਾਡੇ ਵਿੱਚ ਨੇ। ਇਹ ਵਰਲਡ ਸਾਇੰਸ ਡੇ ਫਾਰ ਪੀਸ ਐਂਡ ਡਿਵੈਲਪਮੈਂਟ ਸਰ, ਅਤੇ ਬੜਾ ਵੱਡਾ ਰੋਲ ਹੈ ਸਾਡਾ ਸੁਸਾਇਟੀ ਪ੍ਰਤੀ, ਸਾਡਾ ਕੁਦਰਤ ਪ੍ਰਤੀ, ਵੀ ਅਸੀਂ ਆਪਣੀ ਕੁਦਰਤ ਨੂੰ, ਆਪਣੀ ਵਾਤਾਵਰਨ ਨੂੰ ਸਾਂਭੀਏ। ਲਗਾਤਾਰ ਡਿਜ਼ਾਸਟਰ ਚੇਂਜ ਆ ਰਹੀ ਹੈ, ਲਗਾਤਾਰ ਜਲਵਾਯੂ ਪਰਿਵਰਤਨ ਆ ਰਿਹਾ ਹੈ, ਹਵਾ ਵੀ ਗੰਦਲੀ ਹੋ ਰਹੀ ਹੈ, ਪਾਣੀ ਵੀ ਗੰਦਲਾ ਹੋ ਰਿਹਾ ਹੈ। ਤੁਸੀਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਅਸੀਂ ਕਾਫੀ ਕੁਝ ਵਿਗਾੜ ਚੁੱਕੇ ਹਾਂ। ਮੈਂ ਕਈ ਵਾਰੀ ਜਾ ਕੇ ਪ੍ਰਸ਼ਨ ਕਰਦਾ ਹੁੰਦਾ ਵੀ ਪਹਿਲੇ ਤਾਂ ਸਮੱਸਿਆ ਨੂੰ ਸਮਝਣਾ ਪਏਗਾ ਜੀ। ਸਾਰੇ ਮੰਨ ਲੈਂਦੇ ਜੀ ਹਾਂ ਸਮੱਸਿਆ ਤੁਸੀਂ ਵੀ ਨਾਂ ਲੈ ਦਿੱਤਾ ਜੀ, ਅਸੀਂ ਵੀ ਗੱਲਾਂ ਕਰ ਲਈਆਂ, ਇਹਦਾ ਹੱਲ ਕੀ ਹੈ? ਮਤਲਬ ਉਸ ਗੱਲ ਤੇ ਅਸੀਂ ਚੁੱਪ ਹੋ ਜਾਂਦੇ। ਬਿਲਕੁਲ, ਜਦੋਂ ਹੱਲ ਦੀ ਗੱਲ ਆਉਂਦੀ ਹੈ ਫਿਰ ਹੀ ਸੋਚਦੇ ਜੀ ਕੋਈ ਟੈਕਨੋਲੋਜੀ ਬਣੇਗੀ, ਕੋਈ ਪਤਾ ਨਹੀਂ ਉਹ ਅਵਤਾਰ ਆਏਗਾ, ਉਹ ਹਵਾ ਸਾਫ਼ ਕਰ ਦੇਗਾ, ਪਾਣੀ ਸਾਫ਼ ਕਰ ਦੇਗਾ, ਜਾਂ ਕੋਈ ਇਹੋ ਜਿਹੀ ਟੈਕਨੋਲੋਜੀ ਅਪਣਾਈਏ। ਇਹ ਥੋੜਾ ਮਾਈਂਡ ਦਾ ਕਨਸੈਪਟ ਗਲਤ ਹੈ। ਪੋਲੂਸ਼ਨ ਰੁਕ ਸਕਦੀ ਹੈ ਜੇ ਪੋਲੂਸ਼ਨ ਦੇ ਸੋਰਸਸ ਰੁਕਣ ਜੀ। ਬਿਲਕੁਲ ਸਿੰਪਲ ਗੱਲ ਹੈ, ਉਹਦੇ 'ਚ ਕੋਈ ਦੋ ਰਾਏ ਹੀ ਨਹੀਂ ਹੈਗੀ। ਤੇ ਸੋਰਸਸ ਵੀ ਸਾਨੂੰ ਨਜ਼ਰ ਆਉਂਦੇ ਪਏ ਨੇ ਵੀ ਅਸੀਂ ਕਿਸੇ ਚੀਜ਼ ਦਾ ਯੂਜ਼ ਠੀਕ ਹੈ, ਪਰ ਜਦੋਂ ਉਹਦਾ ਮਿਸਯੂਜ਼ ਹੁੰਦਾ ਹੈ ਜਾਂ ਉਹਦੀ ਐਕਸਪੈਂਸ਼ਨ ਇੰਨੀ ਹੋ ਜਾਂਦੀ ਹੈ, ਉਹ ਫਿਰ ਉਹਦਾ ਪੋਲੂਸ਼ਨ ਬਣ ਜਾਂਦੀ। ਬਿਲਕੁਲ ਬਿਲਕੁਲ। ਤੇ ਜੇ ਅਸੀਂ ਪਾਣੀ ਨੂੰ ਪੋਲਿਊਟ ਨਹੀਂ ਕਰਾਂਗੇ ਜਾਂ ਕੈਮੀਕਲਸ ਜਾਂ ਸੀਵਰੇਜ ਅਨਟ੍ਰੀਟਡ ਹੈ ਉਹ ਨਹੀਂ ਪਾਵਾਂਗੇ ਕਿਸੇ ਵੀ ਨਦੀ ਨਾਲੇ, ਜਦੋਂ ਪੋਲੂਸ਼ਨ ਨਹੀਂ ਹੋਏਗੀ ਜੀ। ਬਿਲਕੁਲ ਠੀਕ ਨਹੀਂ? ਬਿਲਕੁਲ ਬਿਲਕੁਲ। ਤੇ ਇਸੇ ਤਰ੍ਹਾਂ ਜੇ ਪਾਣੀ ਜ਼ਮੀਨ 'ਚੋਂ ਕੱਢਣਾ ਹੈ ਤੇ ਉਹ ਵਰਤਣਾ ਹੈ, ਬਹੁਤ ਅੱਛੀ ਗੱਲ। ਮੈਂ ਤਾਂ ਕਹਿੰਦਾ ਪੈਡੀ ਲਗਾਓ, ਪਾਣੀ ਵਰਤੋ, ਵਰਤਣ ਵਾਸਤੇ ਹੈ ਪਾਣੀ, ਹੋਰ ਕਾਹਦੇ ਵਾਸਤੇ? ਬਿਲਕੁਲ ਜੀ ਬਿਲਕੁਲ। ਪਰ ਉਹਦਾ ਜ਼ਮੀਨ 'ਚ ਰੀਚਾਰਜ ਕਿੰਨੇ ਕਰਨਾ ਹੈ? ਉਹ ਸਦੀਆਂ ਤੋਂ ਜਿਹੜਾ ਰੀਚਾਰਜ ਸੀ ਉਹ ਸਾਡਾ ਵਾਟਰ ਬੈਂਕ ਸੀ ਜ਼ਮੀਨ, ਉਹ ਤੇ ਅਸੀਂ ਕੱਢ ਲਿਆ। ਤੇ ਜਦੋਂ ਉਹਦਾ ਰੀਚਾਰਜ ਕਰਨਾ ਉਹ ਸਾਰੇ ਹੀ ਟੋਏ ਟਿੱਬੇ ਜਿਹੜੇ ਨੈਚੁਰਲ ਕੁਦਰਤੀ ਸੋਮੇ ਵਿੱਚ ਪਾਣੀ ਜਾਂਦੇ ਸੀ ਉਹ ਬੰਦ ਕਰ ਦਿੱਤੇ ਜੀ। ਬਿਲਕੁਲ, ਇਹ ਸਾਡੀ ਜ਼ਿੰਦਗੀ ਤੇ ਪ੍ਰਭਾਵ ਪੈਣਾ। ਸੋ ਇਹ ਹੈ ਵੀ ਮੈਂ ਮੰਨਣਾ ਵੀ ਕੁਦਰਤੀ ਨੂੰ ਮਤਲਬ ਕੰਜ਼ਰਵ ਕਰਨਾ। ਫਿਰ ਬਾਇਓਡਾਇਵਰਸਿਟੀ ਦੀ ਗੱਲ ਵਿੱਚ ਹੈਗੀ ਹੈ। ਹੁਣ ਅਸੀਂ ਕਹਿੰਦੇ ਵੀ ਜੰਗਲ ਕੱਟਣ ਲੱਗਾ ਤੇ ਸੋਚਿਆ ਨਹੀਂ ਵ੍ਰਿਕਸ਼, ਹੁਣ ਅਸੀਂ ਕਹਿੰਦੇ ਲਾਈ ਜਾਓ, ਤੇ ਜਿੰਨੀ ਮਾਤਰਾ 'ਚ ਕੱਟੇਗੇ ਉਨੀ ਮਾਤਰਾ 'ਚ ਲੱਗ ਨਹੀਂ ਸਕਦੇ, ਕਿਉਂਕਿ ਜ਼ਮੀਨਾਂ ਦੇ ਅਸੀਂ ਡਿਵੈਲਪਮੈਂਟ ਦੇ ਮਾਡਲ ਅਸੀਂ ਕੰਕਰੀਟ ਦੇ ਜੰਗਲ ਜ਼ਿਆਦਾ ਖੜੇ ਕਰ ਲਏ। ਬਿਲਕੁਲ, ਹੁਣ ਜਾਂ ਤੇ ਕੰਕਰੀਟ ਦੇ ਜੰਗਲਾਂ ਨੂੰ ਖਤਮ ਕਰੀਏ। ਮੈਂ ਕਹਿੰਦਾ ਉਹ ਵੀ ਜ਼ਰੂਰੀ ਨੇ, ਡਿਵੈਲਪਮੈਂਟ ਜ਼ਰੂਰੀ ਹੈ, ਬਟ ਫਿਰ ਇੱਕ ਨਾਂ ਆਇਆ ਉਹਦੇ 'ਚ ਸਸਟੇਨੇਬਲ ਡਿਵੈਲਪਮੈਂਟ, ਵੀ ਤਰੱਕੀ ਇਹੋ ਜਿਹੀ ਹੋਵੇ ਜਿਹੜੀ ਵਾਤਾਵਰਨ ਪੱਖੀ ਹੋਵੇ, ਜਿਹੜੀ ਸੁਧਾਰ ਵਾਲੀ ਵੀ ਹੋਵੇ। ਬੰਦੇ ਨੂੰ ਤੇ ਸਾਰਾ ਕੁਝ ਇਹ ਵਿਅਕਤੀ ਦੇ ਮਤਲਬ ਸਾਧਨਾ ਜੀ ਹੈ। ਜਾਂ ਮੈਂ ਕਹਿੰਦਾ ਟੈਕਨੋਲੋਜੀ ਸ਼ੁੱਡ ਨਾਟ ਬੀ ਮਾਸਟਰ। ਟੈਕਨੋਲੋਜੀ, ਇਫ ਦਾ ਟੈਕਨੋਲੋਜੀ ਇਜ਼ ਮਾਸਟਰ ਇਟ ਵਿਲ ਬਿਕਮ ਡਿਜ਼ਾਸਟਰ। ਬਿਲਕੁਲ, ਮਤਲਬ ਜੇ ਤੁਸੀਂ ਗੁਲਾਮ ਹੋ ਜਾਓਗੇ ਤਕਨੀਕ ਦੇ, ਵਿਗਿਆਨ ਦੇ, ਤੇ ਉਹ ਫਿਰ ਤੁਸੀਂ ਮਤਲਬ ਅੱਗੇ ਸਰਵਾਈਵ ਨਹੀਂ ਕਰ ਸਕਦੇ। ਦੇਖੋ ਜੀ, ਅਸੀਂ ਜਦੋਂ ਬੱਚੇ ਨੂੰ ਸਕੂਲ ਕਾਲਜ ਦੇ ਵਿੱਚ ਪੜ੍ਹਨ ਪਾਇਆ ਜਾਂਦਾ ਹੈ ਨਾ, ਤੇ ਉਹਨੂੰ ਸਿਖਾਇਆ ਜਾਂਦਾ ਹੈ ਵੀ ਓਜ਼ੋਨ ਲੇਅਰ ਸਾਡੇ ਵਾਤਾਵਰਨ ਨੂੰ ਇਸ ਤਰ੍ਹਾਂ ਸਾਂਭਦੀ ਹੈ। ਹੁਣ ਇਸ ਦੌਰ ਦੇ ਵਿੱਚ ਲਗਾਤਾਰ, ਖਾਸ ਕਰਕੇ ਪਿਛਲੇ 10 ਸਾਲਾਂ ਤੋਂ ਲਗਾਤਾਰ ਰੌਲਾ ਪੈ ਰਿਹਾ ਹੈ ਗਲੋਬਲ ਵਾਰਮਿੰਗ ਦਾ, ਵੀ ਕਿਤੇ ਗਲੇਸ਼ੀਅਰ ਪਿਘਲ ਰਹੇ ਨੇ, ਕਿਤੇ ਹੜ੍ਹ ਆ ਰਹੇ ਨੇ, ਕਿਤੇ ਗਰਮੀ ਜ਼ਿਆਦਾ ਹੋ ਰਹੀ ਹੈ, ਕਿਤੇ ਮੀਂਹ ਹੈ ਤੇ ਮੀਂਹ ਪਈ ਜਾ ਰਿਹਾ ਹੈ। ਕੋਈ ਮਤਲਬ ਕਿ ਸਿਸਟਮ ਲੈਸ ਜਿਹਾ ਹੋ ਗਿਆ ਹੈ ਸਾਡਾ ਇਨਵਾਇਰਮੈਂਟ ਵੀ, ਸ਼ਾਇਦ ਸਾਡੇ ਕਰਕੇ, ਸਾਡੀਆਂ ਗਲਤੀਆਂ ਕਰਕੇ। ਤੇ ਗਲੋਬਲ ਵਾਰਮਿੰਗ ਤੇ ਓਜ਼ੋਨ ਲੇਅਰ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਅਫੈਕਟ ਹੋ ਰਹੀ ਹੈ। ਜਿਸ ਤਰ੍ਹਾਂ ਫਿਰ ਉਹੀ ਗੱਲ ਆਈ, ਜਦੋਂ ਤਰੱਕੀ ਆਈ, ਫਰਿੱਜ ਆ ਗਏ ਜੀ, ਰੈਫਰੀਜਰੇਟਰ ਆ ਗਏ, ਏਸੀ ਆ, ਬੜੇ ਖੁਸ਼। ਬਿਲਕੁਲ, ਬੱਲੇ ਬੱਲੇ ਜੀ, ਕਿਆ ਬਾਤ ਹੈ ਜੀ। ਕਿੰਨੀ ਬੰਦੇ ਹੁੰਦੇ ਪਤਾ ਕਿ ਮੇਰੇ ਘਰ ਏਸੀ, ਵਿਦਆਊਟ ਥਿੰਕਿੰਗ ਵੀ ਜਿਹਦੀ ਉਹਦੀ ਗੈਸ ਅਸੀਂ ਪਾਉਂਦੇ ਪਏ ਏਸੀ ਜਿਹੜੀ ਕੂਲਿੰਗ ਵਾਸਤੇ, ਉਹ ਕੀ ਖਰਾਬ ਕਰ ਰਹੀ ਹੈ ਜੀ। ਜਦੋਂ ਉਹਨੇ ਖਰਾਬ ਕਰ ਲਿਆ ਫਿਰ ਪਤਾ ਲੱਗਾ ਜੀ ਓਜ਼ੋਨ 'ਚ ਛੇਕ ਕਿੰਨੇ ਕੀਤਾ, ਉਹ ਗੈਸ ਨੇ ਕੀਤਾ ਜਿਹੜੀ ਅਸੀਂ ਉਹਦੇ 'ਚ ਪਾਈ, ਕਲੋਰੋਫਲੋਰੋਕਾਰਬਨ। ਬਿਲਕੁਲ, ਹੁਣ ਉਹ ਪਾ ਲਈ ਇਹਨੇ ਏਸੀ ਲਾ ਤੇ ਹੁਣ ਵਿਅਕਤੀਆਂ ਨੂੰ ਆਦਤ ਪੈ ਗਈ, ਹੁਣ ਕੌਣ ਲਾਵੇ, ਕੌਣ ਬੰਦ ਕਰੇ, ਫਿਰ ਉਹਦੇ ਆਲਟਰਨੇਟਿਵ ਲੱਭੇ ਗਏ। ਆਲਟਰਨੇਟਿਵ ਲੱਭਣਾ ਸੌਖਾ ਥੋੜਾ, ਠੀਕ ਹੈ ਨਾ। ਸੋ ਉਹਦੇ ਕਾਰਨ ਸਾਰਿਆਂ ਨੂੰ ਬੱਚੇ ਪੜ੍ਹਾਉਂਦੇ, ਤੁਹਾਨੂੰ ਵੀ ਪਤਾ ਵੀ ਉਹ ਜਿਹੜੀਆਂ ਉਹ ਗੈਸਸ ਸੀ, ਫਿਰ ਇਸੇ ਤਰ੍ਹਾਂ ਅਸੀਂ ਬਰਨਿੰਗ ਸ਼ੁਰੂ ਕਰ ਦਿੱਤੀ, ਹੋਰ ਇਹੋ ਜਿਹੇ ਨੁਕਸਾਨ ਜਿਹਨੂੰ ਅਸੀਂ ਗ੍ਰੀਨ ਹਾਊਸ ਗੈਸਸ ਕਹਿੰਦੇ ਆ, ਉਹਨਾਂ ਨੇ ਜਾ ਕੇ ਸਪੈਸ਼ਲੀ ਕਲੋਰੋਫਲੋਰੋਕਾਰਬਨਸ ਜਿਹੜੀ ਓਜ਼ੋਨ ਜਿਹੜੀ ਸਾਨੂੰ ਪ੍ਰੋਟੈਕਟ ਕਰਦੀ ਹੈ, ਯੂਵੀ ਰੇਡੀਏਸ਼ਨਸ ਨੂੰ ਜਿਹੜੀ
ਸੂਰਜ ਦੀ ਕਿਰਨਾਂ ਜ਼ਰੂਰੀ ਹੈ, ਪਰ ਯੂਵੀ ਵਿੱਚੋਂ ਫਿਲਟਰ ਹੋ ਜਾਂਦੀ ਹੈ। ਕੁਦਰਤ ਦਾ ਕ੍ਰਿਸ਼ਮਾ ਦੇਖੋ ਤੁਸੀਂ, ਬਿਲਕੁਲ ਵੀ ਓਜ਼ੋਨ ਉੱਤੇ ਬਣਾਈ ਹੈ, ਸਟ੍ਰੈਟੋਸਫੀਅਰ ਤੋਂ ਉੱਪਰ ਬਾਹਰ ਬਣਾਈ ਹੈ, ਵੀ ਤੁਹਾਡੇ ਉੱਤੇ ਪ੍ਰੋਟੈਕਸ਼ਨ ਹੈ, ਕੁਦਰਤ ਦੀ ਪ੍ਰੋਟੈਕਸ਼ਨ। ਅਸੀਂ ਉਹਨੂੰ ਖਰਾਬ ਕਰ ਲਿਆ। ਜਦੋਂ ਜਾਗੇ ਤੇ ਉਦੋਂ 6 ਹੋ ਚੁੱਕੇ ਸੀ, ਹੁਣ 6 ਹੋਣੇ ਦੇ ਸੌਖੇ, ਭਰਨੇ ਔਖੇ, ਜਿਵੇਂ ਪਾਣੀ ਦੀ ਮੈਂ ਗੱਲ ਕੀਤੀ। ਬਿਲਕੁਲ ਬਿਲਕੁਲ, ਹੈ ਨਾ। ਸੋ ਉਹ ਜਿਹੜਾ ਉਹਦੇ 'ਚ ਫਿਰ ਪੈਰਾ ਬੈਂਗਨੀ ਕਿਰਨਾਂ ਅੰਦਰ ਆਉਣੀ ਸ਼ੁਰੂ ਹੋ ਗਈਆਂ, ਉਹ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ। ਦੇਖੋ ਸਿੱਧਾ ਮੈਕੈਨਿਜ਼ਮ ਹੈ। ਹਾਂ, ਜਦੋਂ ਗਲੋਬਲ ਵਾਰਮਿੰਗ, ਫਿਰ ਟੈਂਪਰੇਚਰ ਰਾਈਜ਼ ਸ਼ੁਰੂ ਹੋ ਗਿਆ, ਫਿਰ ਟੈਂਪਰੇਚਰ ਰਾਈਜ਼ ਹੋ ਗਿਆ, ਫਿਰ ਚੀਜ਼ਾਂ ਦਾ ਜੋ ਕੁਦਰਤ ਦਾ ਇੱਕ ਕੁਦਰਤ ਦੀ ਚੀਜ਼ ਇੱਕ ਚੱਲਦੀ ਹੈ ਸਾਈਕਲਿਕ ਵੇ ਨਾਲ, ਸਰਕੂਲਰ ਚੱਲਦੀ ਹੈ, ਤੇ ਉਹ ਵਿਗੜ ਗਿਆ। ਫਸਲਾਂ ਅੱਗੇ ਹੋ ਗਈਆਂ, ਮੀਂਹ ਹੁਣ ਕਈ ਵਾਰੀ ਮੈਂ ਬੜੇ ਇੱਥੇ ਮੀਂਹ ਪੈ ਰਿਹਾ, ਉੱਥੇ ਪੈ ਨਹੀਂ ਰਿਹਾ, ਇੱਥੇ ਮੀਂਹ ਬੜੀ ਤੇਜ਼ ਸੀ, ਉੱਥੇ ਧੁੱਪ ਨਿਕਲੀ ਸੀ। ਉਹ ਜ਼ਿਆਦਾ ਚੇਂਜਸ ਆ ਗਈ। ਚੇਂਜਸ ਹੁੰਦੀਆਂ ਪਹਿਲੇ ਵੀ ਵਾਤਾਵਰਨ ਦੀਆਂ ਕੁਦਰਤੀ ਚੇਂਜਸ ਨੇ, ਬਟ ਹੁਣ ਨਹੀਂ ਜ਼ਿਆਦਾ ਫਾਸਟ ਹੋ ਗਈਆਂ। ਉਹ ਫਸਲਾਂ ਤੇ ਅਸਰ, ਜੀਵ ਜੰਤੂਆਂ ਤੇ ਅਸਰ, ਬਾਇਓਡਾਇਵਰਸਿਟੀ ਤੇ ਅਸਰ, ਕੁਦਰਤ ਦੇ ਇਨਸਾਨ ਤੇ ਅਸਰ, ਉਹ ਫਿਰ ਇਹਦਾ ਇਹ ਮਤਲਬ ਕਾਰਨ ਬਣ ਰਿਹਾ। ਇਹ ਕਹਿੰਦੇ ਨੇ ਕਿ ਯੂਥ ਆਰ ਦੀ ਬਿਲਡਰ ਆਫ ਨੇਸ਼ਨ, ਵੀ ਇਹ ਨੌਜਵਾਨ ਹੀ ਹੈ ਜਿਹੜਾ ਸਮਾਜ ਨੂੰ ਜਾਂ ਸਾਡੇ ਰਾਜ ਨੂੰ ਜਾਂ ਸਾਡੇ ਰਾਸ਼ਟਰਤਾ ਨੂੰ ਵਧਾ ਸਕਦਾ ਹੈ, ਇਸ ਨੂੰ ਸਾਂਭ ਸਕਦਾ ਹੈ। ਕੀ ਨੌਜਵਾਨ ਇਸ ਪ੍ਰਤੀ ਜਾਗਰੂਕ ਹੈ? ਅੱਜ ਵਾਤਾਵਰਨ ਨੂੰ ਲੈ ਕੇ ਜਾਗਰੂਕ ਹੈ, ਆਪਣਾ ਰੋਲ ਅਦਾ ਕਰ ਰਿਹਾ ਹੈ? ਮੇਰੇ ਹਿਸਾਬ ਨਾਲ ਤੇ ਬਹੁਤ ਜ਼ਿਆਦਾ ਕਰ ਰਿਹਾ। ਮੈਂ ਤੇ ਕਹਿੰਦਾ ਜਿਹੜੀ ਨਵੀਂ ਜਨਰੇਸ਼ਨ ਹੈ ਜੀ, ਉਹ, ਕਿਉਂਕਿ ਜਿਹੜੀ ਜਨਰੇਸ਼ਨ ਨੇ ਖਰਾਬ ਕੀਤਾ, ਉਹਨਾਂ ਨੂੰ ਪਤਾ ਨਹੀਂ ਲੱਗਾ ਜਾਂ ਨਹੀਂ ਸਮਝਿਆ, ਜਾਂ ਉਸ ਸਮੇਂ ਦੇ ਲੋਕਾਂ ਨੇ ਉਸ ਗੱਲ ਨੂੰ ਧਿਆਨ ਨਹੀਂ ਦਿੱਤਾ, ਖਾਸ ਤੌਰ ਤੇ ਵਾਤਾਵਰਨ ਨੂੰ ਔਰ ਬਾਕੀ ਨੂੰ। ਪਰ ਨਵੀਂ ਜਨਰੇਸ਼ਨ ਨੇ ਇਹ ਗੱਲ ਨੂੰ ਸਮਝ ਲਿਆ। ਮਤਲਬ ਉਹ ਆ ਸਾਡੀ ਐਜੂਕੇਸ਼ਨ ਦਾ ਵੀ ਹਿੱਸਾ ਹੈ, ਸਕੂਲਾਂ ਕਾਲਜ ਪੜ੍ਹਾਇਆ ਜਾ ਰਿਹਾ। ਉਹ ਵਾਤਾਵਰਨ ਦੇ ਪ੍ਰਤੀ ਜਾਗਰੂਕ ਨੇ, ਸੈਂਸਿਟਿਵ ਨੇ, ਉਹਨਾਂ ਦੀ ਸਮਝ ਰੱਖਦੇ ਨੇ। ਤੇ ਕਈ ਵਾਰ ਜਦੋਂ ਅਸੀਂ ਪੋਲਿਊਸ਼ਨ ਕੰਟਰੋਲ ਦੀ ਗੱਲ ਕਰਦੇ ਹਾਂ ਜਾਂ ਵੈਸੇ ਪੜ੍ਹਾਉਣ ਜਾਂਦੇ ਹਾਂ ਤੇ ਗੱਲਬਾਤ ਕਰਦੇ ਹਾਂ, ਤੇ ਮੈਨੂੰ ਲੱਗਦਾ ਵੀ ਕੋਈ ਵਾਰੀ ਮੇਰੀ ਗੱਲ ਜਾਂ ਤੁਹਾਡੀ ਗੱਲ ਨਹੀਂ ਮੰਨੋਗੇ, ਉਹ ਕਹਿੰਦੇ ਐਵੇਂ ਵਿਗਿਆਨਿਕ। ਉਹ ਬੱਚੇ ਜਦੋਂ ਆ ਕਹਿੰਦੇ ਨਹੀਂ ਐਕਸਟਰਾ ਲਾਈਟਾਂ ਜਗਾਈਆਂ, ਪਾਣੀ ਕੋਈ ਵੇਸਟ ਕਰ ਦਿੱਤਾ, ਇਹ ਚੀਜ਼ ਇੱਥੇ ਕੋਈ ਸੁੱਟ ਰਹੇ, ਉਹਨੂੰ ਡਸਟਬਿਨ 'ਚ ਕਿਉਂ ਨਹੀਂ ਪਾ ਰਹੇ, ਠੀਕ ਹੈ, ਫਿਰ ਉਹ ਗੱਲ ਆਪਣੇ ਆਪ ਸਮਝ ਆਉਂਦੀ ਹੈ। ਬੱਚੇ ਸਮਝ ਗਏ ਨੇ, ਔਰ ਮੈਨੂੰ ਲੱਗਦਾ ਸਗੋਂ ਬੱਚੇ ਸਾਨੂੰ ਸਮਝਾ ਰਹੇ ਨੇ ਵੀ ਅਸੀਂ ਵਾਤਾਵਰਨ ਨੂੰ ਖਰਾਬ ਨਹੀਂ ਕਰਨਾ, ਜਾਂ ਸੁਭਾਅ ਨੂੰ ਜਾਂ ਲਾਈਫ ਸਟਾਈਲ ਨੂੰ ਇਹੋ ਜਿਹਾ ਨਹੀਂ ਬਣਾਉਣਾ। ਸੋ ਮੈਨੂੰ ਲੱਗਦਾ ਇਹ, ਔਰ ਉਹ ਯੰਗ ਉਹਦੇ 'ਚ ਜ਼ਿਆਦਾ ਰੋਲ ਐਕਟਿਵਲੀ ਪਲੇ ਕਰਦੇ ਪਏ ਨੇ, ਕਰ ਸਕਦੇ ਨੇ। ਹੋਰ ਉਹਨਾਂ ਨੂੰ ਜਾਗਰਿਤ ਕਰਨ ਦੀ ਜ਼ਰੂਰਤ ਹੈ, ਉਹਨਾਂ ਨਾਲ ਹੋਰ ਜੁੜਨ ਦੀ ਜ਼ਰੂਰਤ ਹੈ। ਕਈ ਵਾਰੀ ਅਸੀਂ ਬਜ਼ੁਰਗ ਨਾ, ਉਹਨਾਂ ਨੂੰ ਉਹ ਨਹੀਂ ਤੁਸੀਂ ਐਵੇਂ ਨਵੀਆਂ ਗੱਲਾਂ ਕਰਦੇ, ਅੱਗੇ ਕਿਹੜਾ ਖਰਾਬ ਹੋ ਗਿਆ, ਕੁਛ ਨਹੀਂ ਹੁੰਦਾ, ਅਸੀਂ ਇੰਨੇ ਸਾਲ ਹੋ ਗਏ ਸਾਨੂੰ ਕੁਛ ਨਹੀਂ ਹੋਇਆ। ਜੀ ਬਿਲਕੁਲ। ਇਹ ਪਿੱਛੇ ਜੇ ਕੁਝ ਰਿਪੋਰਟਾਂ ਆਈਆਂ ਸੀ, ਉਹਨਾਂ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦਾ ਪਾਣੀ ਬਹੁਤ ਗੰਦਲਾ ਹੋ ਚੁੱਕਿਆ ਹੈ। ਪੰਜਾਬ ਨੂੰ ਇੱਥੋਂ ਤੱਕ ਕਿ ਪਾਣੀ ਦੀ ਘਾਟ ਕਰਕੇ ਇਸ ਨੂੰ ਹੌਲੀ ਹੌਲੀ ਰੇਗਿਸਤਾਨ ਕਹਿਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਤੇ ਕੋਈ ਕਹਿ ਰਿਹਾ ਕਿ 2030 ਤੱਕ, ਕੋਈ ਕਹਿ ਰਿਹਾ ਹੈ 2035 ਤੱਕ ਸ਼ਾਇਦ ਸਾਡਾ ਪੰਜਾਬ ਜੋ ਜਾਣਿਆ ਜਾਂਦਾ ਹੈ ਆਪਣੇ ਨਾਂ ਕਰਕੇ, ਉਹ ਕਿਤੇ ਨਾ ਕਿਤੇ ਗੰਦਲਾ ਹੋ ਚੁੱਕਿਆ ਹੈ। ਉਸ ਦੀ ਖਾਦ, ਮਿੱਟੀ, ਪਾਣੀ ਸਾਰਾ ਕੁਝ ਗੰਦਲਾ ਹੋ ਚੁੱਕਿਆ ਹੈ। ਕੈਂਸਰ ਵਰਗੀਆਂ ਬਿਮਾਰੀਆਂ ਆ ਚੁੱਕੀਆਂ ਨੇ, ਤੇ ਨਾਲ ਦੇ ਨਾਲ ਇਸ ਨੂੰ ਰੇਗਿਸਤਾਨ ਦਾ ਨਾਂ ਦਿੱਤਾ ਜਾ ਰਿਹਾ ਹੈ। ਤੁਸੀਂ ਕਿੰਨੀ ਕੁ ਚਿੰਤਾ ਪ੍ਰਗਟ ਕਰਦੇ ਹੋ ਇਸ ਨੂੰ? ਬਿਲਕੁਲ, ਅਸੀਂ ਸ਼ੁਰੂ ਵਿੱਚ ਵੀ ਗੱਲ ਕੀਤੀ ਵੀ ਜਿਹੜਾ ਸਾਡਾ ਪਾਣੀ ਹੈ ਉਹ ਧਰਤੀ ਦੇ ਅੰਦਰ ਹੈ, ਉਹ ਪਾਣੀ ਦਾ ਬੈਂਕ ਹੈ ਸਾਡੇ ਧਰਤੀ ਦੇ ਅੰਦਰ। ਠੀਕ ਹੈ, ਅਸੀਂ ਪੰਜਾਬ ਤਾਂ ਨਾ ਸੀ ਵੀ 5 ਦਰਿਆ ਚੱਲਦੇ ਸੀ, ਉਹ ਉੱਪਰੋਂ ਗਲੇਸ਼ੀਅਰ ਤੋਂ ਪਾਣੀ ਆਉਂਦਾ ਸੀ, ਪਰ ਜਿਹੜਾ ਅਸਲੀ ਪਾਣੀ ਸੀ ਪੰਜਾਬ ਦਾ 15 ਫੁੱਟ ਤੇ 20 ਫੁੱਟ ਤੇ ਮਿਲ ਜਾਂਦਾ ਸੀ। ਉਹ ਕੀ ਹੋਇਆ, ਅਸੀਂ ਉਹਨੂੰ 10 ਟਾਈਮਸ ਅਸੀਂ ਪਾਣੀ ਨੂੰ ਕੱਢਣਾ ਸ਼ੁਰੂ ਕਰਤਾ। ਮੈਂ ਤਾਂ ਕਹਿੰਦਾ ਪਹਿਲੇ ਚਲੋ ਮਾੜੀ ਮੋਟੀ ਜੀ ਛੋਟੀ ਮੋਟਰ ਆ ਗਈ, ਟੁੱਲੂ ਪੰਪ ਆ ਗਿਆ, ਫਿਰ ਉਹ ਟਿਊਬਵੈਲ ਆ ਗਏ, ਫਿਰ ਸਬਮਰਸੀਬਲ ਆ ਗਏ। ਫਿਰ ਮਤਲਬ ਜਦੋਂ ਅਸੀਂ ਇਹ ਵੀ ਟੈਕਨੋਲੋਜੀ ਅਸੀਂ ਕੱਢਣ ਦੀ ਟੈਕਨੋਲੋਜੀ ਤੇ ਇੰਨੀ ਵਿਕਸਿਤ ਕਰ ਲਈ। ਕਹਿੰਦੇ ਨੇ 1970 'ਚ ਸ਼ਾਇਦ 2 ਲੱਖ ਟਿਊਬਵੈਲ ਸੀ ਕਨੈਕਸ਼ਨ, ਹੁਣ ਲਗਭਗ 16 ਲੱਖ। ਮਤਲਬ ਜਦੋਂ ਧਰਤੀ ਦਾ ਅਸੀਂ ਪੇੜ ਹੀ ਫਾੜ ਲਿਆ। ਮੈਂ ਤੈਨੂੰ ਬੜੇ ਸਿੰਪਲ ਦੱਸ ਵੀ ਤੁਹਾਡਾ ਪਾਣੀ ਤੁਹਾਡਾ ਬੈਂਕ ਹੈ, ਤੁਹਾਡੀ ਜਿਹੜੀ ਇਨਕਮ ਹੈ ਉਹ ਵਰਸ਼ਾ ਦੀ ਜਿਹੜੀ ਹੈ, ਵਰਸ਼ਾ ਨਹੀਂ 3-4 ਮਹੀਨੇ ਮੌਨਸੂਨ ਦੇ ਵਿੱਚ, ਉਦੋਂ ਉਹਨੂੰ ਸੰਭਾਲਿਆ ਜਾਏਗਾ। ਸੰਭਾਲਣ ਦਾ ਇੱਕੋ ਤਰੀਕਾ ਹੈ, ਜਿਵੇਂ ਕਹਿੰਦੇ ਵਿਦਿਆ ਨੀਵੇਂ ਹੋ ਕੇ ਆ ਸਕਦੀ ਹੈ, ਤੇ ਜਿੰਨਾ ਪਾਣੀ ਟੋਏ ਟਿੱਬੇ ਪੌਂਡ ਦੇ ਵਿੱਚ, ਹਰ ਪਿੰਡ ਦੇ ਵਿੱਚ ਹੁੰਦੇ ਸੀ ਪੌਂਡ ਹੁੰਦੇ ਸੀ, ਛੱਪੜ ਹੁੰਦੇ ਸੀ, ਉਹ ਪਾਣੀ ਨੂੰ ਜ਼ਮੀਨ 'ਚ ਲੈ ਕੇ ਜਾਂਦੇ ਸੀ। ਅਸੀਂ ਸੋਚਿਆ ਨਹੀਂ ਜੀ ਉਹ ਮੱਛਰ ਆ ਗਿਆ, ਫਲਾਣਾ ਆ ਗਿਆ, ਉਹ ਇੱਕ ਪਕਸ਼ ਹੈ ਉਹਦਾ, ਉਹ ਪਸ਼ੂ ਨਹਾਉਣ ਲੱਗ ਪਏ, ਉਹਨਾਂ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਸੀ। ਜੀ ਕੁਦਰਤ ਦੀ ਕੋਈ ਵੀ ਸੁਸਾਇਟੀ ਦੇਖ ਲਓ, ਮੈਂ ਕਹਿੰਦਾ ਸਾਰੇ ਸਮਾਜ ਨੇ, ਸਾਰੇ ਧਰਮ ਨੇ, ਕਿਸੇ ਧਾਰਮਿਕ ਸੰਸਥਾਨ 'ਚ ਕਿਸੇ ਜਗ੍ਹਾ ਤੇ ਚੱਲ ਜਾਓ, ਸਿਰਫ ਮੰਦਿਰ ਗੁਰਦੁਆਰਿਆਂ 'ਚ ਤਲਾਬ ਹੁੰਦਾ ਹੈ। ਜੀ ਬਿਲਕੁਲ। ਹੋਰ ਵੀ ਤਰ੍ਹਾਂ ਦੇ ਸਭ ਧਰਮ ਨੇ। ਮੈਂ ਕਿਉਂਕਿ ਪਾਣੀ ਜਿਹੜਾ ਹੈ ਉਹ ਅੰਮ੍ਰਿਤ ਹੈ। ਬਿਲਕੁਲ, ਉੱਥੇ ਅਸੀਂ ਪਾਣੀ ਲੈਣੇ ਵੀ ਅੰਮ੍ਰਿਤ ਹੈ। ਹੁਣ ਤੇ ਮੈਨੂੰ ਕਈ ਲੱਗਦਾ ਵੀ ਉਹ ਮੰਦਿਰ ਗੁਰਦੁਆਰਿਆਂ 'ਚ ਵੀ ਜਿਹੜੇ ਫਿਲਟਰ ਲਾਤੇ, ਫਿਲਟਰ ਲਾਉਣ ਦੀ ਜ਼ਰੂਰਤ ਹੀ ਨਹੀਂ ਹੈ। ਕੁਦਰਤ ਦਾ ਫਿਲਟਰ ਲੱਗਾ ਹੈ। ਵਰਸ਼ਾ ਦਾ ਜਿਹੜਾ ਪਾਣੀ ਡਿੱਗਦਾ ਉਹ ਬੂੰਦ ਸਾਡੀ ਇਨਕਮ ਹੈ, ਉਹ ਜ਼ਮੀਨ 'ਚ ਜਾਣਾ ਚਾਹੀਦਾ ਹੈ। ਉਹ ਕੁਦਰਤੀ ਰੀਚਾਰਜ ਪਹਿਲੇ ਹੁੰਦਾ ਰਿਹਾ ਸੀ, ਤੇ
ਪੁਸ਼ਤਾਂ ਦਾ ਪਾਣੀ ਵਰਤਿਆ ਜਾਂਦਾ, ਕੁਆਂਟੀਟੀ ਘਟੀ ਤੇ ਕੁਆਲਿਟੀ ਦੇ ਵਿੱਚ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਠੀਕ ਹੈ ਇੰਡਸਟਰੀ ਵੀ ਲਗਾਤੀ ਤਰੱਕੀ ਕਰਤੀ ਉਹਦੀ ਅਨਟ੍ਰੀਟਡ ਵਾਟਰ ਜਾਤਾ ਟ੍ਰੀਟਡ ਵਾਟਰ ਕਰਕੇ ਜਾਵਾਂਗੇ ਕੋਈ ਦਿੱਕਤ ਨਹੀਂ ਤੇ ਇਸੇ ਤਰ੍ਹਾਂ ਜਿਹੜੇ ਸੀਵਰੇਜ ਸਿਸਟਮ ਅਸੀਂ ਲਾਤੇ ਮੈਂ ਤਾਂ ਉਹਨਾਂ ਨੂੰ ਸਭ ਤੋਂ ਵੱਡਾ ਕਲਪਰੇਟ ਕਰਨਾ ਉਹ ਅਸੀਂ ਵੈਸਟਰਨ ਮਾਡਲ ਚੁੱਕ ਕੇ ਲਾਤਾ ਜੀ ਸਾਡਾ ਡਰਾਈ ਫਲਸ਼ ਸਿਸਟਮ ਸੀ ਬਿਲਕੁਲ ਅਸੀਂ ਜਿਹੜੀ ਹੈ ਠੀਕ ਹੈ ਜਿਹੜੀਆਂ ਹਿਊਮਨ ਫੀਸਿਸ ਹੈ ਉਹਨੂੰ ਡਰਾਈ ਤਰੀਕੇ ਨਾਲ ਹੀ ਡੀਕੰਪੋਜ਼ ਸਗੋਂ ਖੇਤ ਦੇ ਵਿੱਚ ਖਾਦ ਬਣਦੀ ਹਾਂ ਉਹਦਾ ਤਰੀਕਾ ਕੀ ਹੈ ਵੀ ਓਪਨ ਚ ਨਾ ਜਾ ਕੇ ਉਹਦੀ ਕਿਸ ਤਰ੍ਹਾਂ ਡਰਾਈ ਲੈਟਨ ਬਣ ਸਕਦੀ ਹੈ ਹਾਂ ਬਿਲਕੁਲ ਦੋ ਤਰ੍ਹਾਂ ਦੀ ਕੁਆਲਿਟੀ ਵੀ ਖਰਾਬ ਕੀਤੀ ਸੀ ਪਾਣੀ ਦੀ ਤੇ ਕੁਆਂਟੀਟੀ 300 400 ਮੈਂ ਤਾਂ ਕਈ ਵਾਰੀ ਡਾਟਾ ਪੜ੍ਹ ਕੇ 600 ਫੁੱਟ ਤੇ ਫਿਰ ਅਸੀਂ ਉੱਤੇ ਜਾ ਕੇ ਕਹਿੰਦੇ ਨਹੀਂ ਜੀ ਅਸੀਂ ਡਰਿਲ ਲਿਆਵਾਂਗੇ ਫਿਰ ਤੋਂ ਪਾਣੀ ਕੱਢਾਂਗੇ ਰੀਚਾਰਜ ਕਰੀਏ ਉਹਨੂੰ ਰੀਸਾਈਕਲ ਕਰੀਏ ਔਰ ਯੂਜ਼ ਕਰੀਏ देयर इज ਵਾਟਰ ਜਾਂ ਐਵਰੀਥਿੰਗ ਇਜ਼ ਫॉर ਯੂਜ਼ ਨਾਟ ਫॉर ਮਿਸਯੂਜ਼ ਬਿਲਕੁਲ ਠੀਕ ਗੱਲ ਹੈ ਤੇ ਉਹ ਹੁਣ ਗੱਲ ਹੈ ਵੀ ਕਿਸ ਤਰ੍ਹਾਂ ਦੀਆਂ ਸਾਨੂੰ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਅਸੀਂ ਆਪਣੀ ਜਲ ਵਾਯੂ ਨੂੰ ਹਵਾ ਪਾਣੀ ਨੂੰ ਸਾਰੇ ਇਸ ਕੁਦਰਤ ਨੂੰ ਬਚਾ ਸਕੀਏ ਕੀ ਢੰਗ ਉਪਰਾਲੇ ਕਰਨੇ ਪੈਣਗੇ ਕੀ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਮੈਂ ਪਹਿਲੇ ਇੱਕ ਗੱਲ ਕੀਤੀ ਵੀ ਪੋਲੂਸ਼ਨ ਦੇ ਜਿੰਨੇ ਸੋਰਸ ਨੇ ਉਹ ਖਤਮ ਕਰਨੇ ਪੈਣਗੇ ਜਾਂ ਘਟਾਣੇ ਪੈਣਗੇ ਮੈਂ ਤਾਂ ਜੀ ਚਾਹੇ ਉਹ ਹਵਾ ਦੇ ਨੇ ਪਾਣੀ ਦੇ ਨੇ ਨੋਇਸ ਦੇ ਨੇ ਵੇਸਟ ਦੇ ਨੇ ਪਲਾਸਟਿਕ ਦੇ ਨੇ ਸਭ ਘਟਾਉਣ ਵਾਲੇ ਪਾਸੇ ਜੀ ਜਿਹਨੂੰ ਅਸੀਂ ਕਈ ਵਾਰੀ ਆਰ ਕਹਿ ਦਿੰਦੇ ਆ ਰਿਡਿਊਸ ਰੀਯੂਜ਼ ਹੈ ਨਾ ਰੀਸਾਈਕਲ ਇੱਕ ਕੁਦਰਤੀ ਪਤਾ ਪਰ ਗੱਲ ਹੈ ਵੀ ਕਰੇ ਕੌਣ ਬਿਲਕੁਲ ਜਿਹੜੀ ਸਮੱਸਿਆਵਾਂ ਦੀ ਗੱਲ ਅਸੀਂ ਵੀ ਮੈਂ ਬੈਠੇ ਸਮੱਸਿਆਵਾਂ ਦੀ ਗੱਲ ਕਰਨੀ ਮੇਰਾ ਇੱਕੋ ਪ੍ਰਾਰਥਨਾ ਹੈ ਮੈਂ ਬਾਰ-ਬਾਰ ਕਹਿੰਦਾ ਹੈ ਵੀ ਜੇ ਮਨੁੱਖ ਨੇ ਖਰਾਬ ਕੀਤਾ ਇਹ ਚੀਜ਼ਾਂ ਨੂੰ ਤੇ ਠੀਕ ਕੌਣ ਕਰੇਗਾ ਮਨੁੱਖ ਕਰੇਗਾ ਫਿਰ ਗੱਲ ਆਉਂਦੀ ਹੈ ਵੀ ਜਦੋਂ ਮਨੁੱਖ ਵਾਲੇ ਫਿਰ ਕਹਿੰਦੇ ਅੱਛਾ ਸਾਰੇ ਕਰਾਂਗੇ ਮਨੁੱਖ ਜਿਵੇਂ ਕਹਿੰਦੇ ਨਾ ਦੇਸ਼ ਦੀ ਰੱਖਿਆ ਕੌਣ ਕਰੇਗਾ ਹਮ ਕरेंगे ਅਸੀਂ ਵੀ ਵਾਤਾਵਰਨ ਦੀ ਰੱਖਿਆ ਹਮ ਕਰਾਂਗੇ ਮੈਂ ਕਈ ਵਾਰੀ ਬੱਚਿਆਂ ਨਾਲ ਵੱਡਿਆਂ ਨਾਲ ਵੀ ਮੈਂ ਗੱਲ ਕਰਦਾ ਜਦੋਂ ਹਮ ਕਹਿ ਕੇ ਨਿਕਲਨੇ ਫਿਰ ਕਹਿੰਦੇ ਅਸੀਂ ਉਹ ਪਲੈਜ ਵੀ ਲੈਂਦੇ ਆ ਕਈ ਵਾਰੀ ਜੀ ਅੱਜ ਵਾਤਾਵਰਨ ਦਿਵਸ ਹੈ ਅੱਜ ਬੜੇ ਪਲੈਜ ਲੈ ਲਈਆਂ ਜੀ ਜਦੋਂ ਹਮ ਕਹਿ ਕੇ ਚੱਲਦੇ ਫਿਰ ਸੋਚਦੇ ਵੀ ਦੂਜਾ ਤੇ ਕਰੇਗਾ ਮੈਂ ਉਹੀ ਕੰਮ ਕਰਦਾ ਰਹਿਣਾ ਮੇਰੇ ਕੋਲ ਤਾਂ ਰਸਤਾ ਕੋਈ ਨਹੀਂ ਮੈਂ ਤੇ ਉਹੀ ਪੋਲੂਸ਼ਨ ਕਰਨੀ ਉਹੀ ਗੱਡੀ ਜਾਣਾ ਮੈਂ ਕਹਿੰਦਾ ਜ਼ਰੂਰਤ ਵਾਸਤੇ ਵਰਤੋ ਪਰ ਉਹਦੀ ਦੁਰਵਰਤੋਂ ਕਿੰਨੀ ਘਟਾ ਸਕਦੇ ਆ ਸ਼ੁਰੂਆਤ ਕਰੋ ਫਿਰ ਉਹਦੇ 'ਚ ਮੈਨੂੰ ਆਉਂਦਾ ਵੀ ਮੈਂ ਕਿੰਨਾ ਠੀਕ ਹੋ ਸਕਦਾ ਜੀ ਮੈਂ ਆਪਣੇ ਆਪ ਨੂੰ ਠੀਕ ਕਰਾਂ ਮੈਂ ਅਖੀਰ ਤੇ ਸੰਦੇਸ਼ ਦੇਣਾ ਹੈ ਤੁਸੀਂ ਗੱਲ ਵਿੱਚ ਕਰ ਦਿੱਤੀ ਹੈ ਬਈ ਜੇ ਵਾਤਾਵਰਨ ਨੂੰ ਸੁਧਾਰਨਾ ਹੈ ਮੈਂ ਤਾਂ ਕਹਿੰਦਾ ਕਿਸੇ ਵੀ ਹੋਰ ਸਮੱਸਿਆ ਨੂੰ ਸੁਧਾਰਨਾ ਤੇ ਮੈਨੂੰ ਮੈਂ ਤੋਂ ਸ਼ੁਰੂ ਕਰਨਾ ਪਏਗਾ ਹਮ ਤੋਂ ਵੀ ਨਹੀਂ ਬਿਲਕੁਲ ਮੈਂ ਬਾਰ-ਬਾਰ ਇਸ ਗੱਲ ਤੇ ਦੋ ਫਰਕ ਕਰਨਾ ਔਰ ਮੈਂ ਦੇਖਾਂ ਵੀ ਮੇਰੇ ਇੱਥੇ ਬੈਠਣ ਨਾਲ ਮੇਰੀ ਨੌਕਰੀ ਕਰਨ ਨਾਲ ਮੈਂ ਇੱਕ ਫੈਕਟਰੀ ਦਾ ਮਾਲਕ ਹਾਂ ਮੈਂ ਇੱਕ ਆਫੀਸਰ ਹਾਂ ਮੈਂ ਇੱਕ ਕਾਰਪੋਰੇਸ਼ਨ ਦਾ ਚੇਅਰਮੈਨ ਹੈ ਜਾਂ ਕੁਛ ਹੈ ਜਾਂ ਮੈਂ ਕਮਿਸ਼ਨਰ ਹੈ ਜਾਂ ਮੈਂ ਸਰਕਾਰੀ ਅਫਸਰ ਹਾਂ ਇੰਡੀਵਿਜੂਅਲ ਵਰਕ ਕਰਨਾ ਪਏਗਾ ਮੈਂ ਠੀਕ ਹੈ ਮੈਂ ਵਾਤਾਵਰਨ ਪੱਖੀ ਸੁਭਾਅ ਬਣਾ ਲਿਆ ਮੈਂ ਵਾਤਾਵਰਨ ਪੱਖੀ ਜੀਵਨ ਬਣਾ ਲਿਆ ਤੇ ਫਿਰ ਮੇਰੇ ਨਾਲ ਦੀ ਸੰਸਥਾ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਮੈਂ ਉੱਥੋਂ ਦਾ ਡਾਇਰੈਕਟਰ ਹਾਂ ਵਾਈਸ ਚਾਂਸਲਰ ਹਾਂ ਮੈਂ ਆਪਣੇ ਆਪ ਨੂੰ ਠੀਕ ਕਰਾਂ ਮੈਨੂੰ ਲੱਗਦਾ ਇੱਕ ਮੇਰੇ ਜ਼ਿਹਨ 'ਚ ਗੱਲ ਆ ਰਹੀ ਹੈ ਵੀ ਗੱਡੀਆਂ ਦੀ ਬਹੁਤਾਤ ਵਰਤੋਂ ਹੋ ਗਈ ਹੈ ਇੱਕ ਘਰ ਦੇ ਵਿੱਚ ਕਿਸੇ ਵੇਲੇ ਕਹੀਦਾ ਸੀ ਕਿ ਇਹ ਲਗਜ਼ਰੀ ਚੀਜ਼ ਹੈ ਪਰ ਅੱਜ ਤੇ ਨੈਸੈਸਿਟੀ ਜੀ ਲੈ ਕੇ ਚੱਲ ਪੈਂਦੇ ਨੇ 4-4 5-5 ਗੱਡੀਆਂ ਰੱਖੀਆਂ ਨੇ ਫਿਰ ਕੀ ਹੁੰਦਾ ਹੈ ਕਿ ਜੇ ਲਾਲ ਬੱਤੀ ਹੁੰਦੀ ਹੈ ਤਾਂ ਉੱਥੇ ਵੀ ਗੱਡੀਆਂ ਚੱਲਦੀਆਂ ਰਹਿੰਦੀਆਂ ਹਨ ਹਵਾ ਨੂੰ ਅਸੀਂ ਉਹ ਹਿੱਸਾ ਮੰਨਦੇ ਹਾਂ ਜੋ ਅਸੀਂ ਅੰਦਰ ਵੀ ਲੈ ਕੇ ਜਾਣਾ ਹੈ ਆਪਣੇ ਸਰੀਰ ਦੇ ਤੇ ਤਦ ਅਸੀਂ ਜੀ ਸਕਦੇ ਹਾਂ ਪਰ ਜਦੋਂ ਜ਼ਹਿਰੀਲੀ ਹਵਾ ਸਾਡੇ ਅੰਦਰ ਜਾਂਦੀ ਹੈ ਤੇ ਮੌਤ ਪੱਕੀ ਹੈ ਤੇ ਨਿੱਕੀਆਂ ਗੱਲਾਂ ਹੁੰਦੀਆਂ ਨੇ ਲਾਈਟ ਦੇ ਉੱਤੇ ਜੇ ਅਸੀਂ ਬੱਤੀ ਬੰਦ ਕਰ ਦਿੰਦੇ ਹਾਂ ਕਿੰਨੀ ਕੁ ਮਾਨਸਿਕਤਾ ਸਾਡੀ ਗਿਰ ਚੁੱਕੀ ਹੈ ਤੁਸੀਂ ਕੀ ਮੈਂ ਤਾਂ ਹੀ ਬਾਰ-ਬਾਰ ਕਿਹਾ ਵੀ ਮੈਂ ਸੁਧਰਾਂ ਮੈਂ ਆਪਣੇ ਆਪ ਨੂੰ ਠੀਕ ਕਰਾਂਗਾ ਤੇ ਆਪੇ ਮੈਂ ਦੂਜੇ ਤੋਂ ਐਕਸਪੈਕਟ ਕਰਦਾ ਜੀ ਮੈਂ ਕਹਾਂਗਾ ਮੈਨੂੰ ਬੜੀ ਛੇਤੀ ਨਾ ਇੱਕ ਹੋਰ ਵੀ ਮੈਂ ਗੱਲ ਕਰਨੀ ਚਾਹੁੰਦੀ ਵੀ ਅਸੀਂ ਨਾ ਬਲੇਮ ਲਾ ਦਿੰਦੇ ਨਹੀਂ ਜੀ ਫਾਰਮਰ ਪਰਾਲੀ ਜਲਾਉਂਦਾ ਪਿਆ ਜੀ ਇੰਡਸਟਰੀ ਵਾਲੇ ਪੋਲੂਸ਼ਨ ਕਰ ਰਹੇ ਆ ਜੀ ਸਰਕਾਰੀ ਬੰਦੇ ਨਹੀਂ ਮੰਨਦੇ ਇੱਕ ਦੂਜੇ ਤੇ ਬਲੇਮ ਲਾਉਣ ਨਾਲ ਕੋਈ ਰਸਤਾ ਨਹੀਂ ਨਿਕਲਣਾ ਉਹ ਜੀ ਦਿੱਲੀ ਦੀ ਪੋਲੂਸ਼ਨ ਇਹਨਾਂ ਨੇ ਕੀਤੀ ਉਹਨੇ ਕੀਤੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਤੇ ਸਾਂਝਾ ਹੈ ਕੁਦਰਤ ਤੇ ਸਾਂਝੀ ਹੈ ਬਿਲਕੁਲ ਰੱਬ ਨੇ ਤਾਂ ਹੀ ਤੇ ਤੁਹਾਨੂੰ ਇੱਕੋ ਤੇ ਸਾਂਝ ਪਾਈ ਹੈ ਕਿ ਹਵਾ ਪਾਣੀ ਧਰਤੀ ਸੋਤ ਇਹ ਸਾਰੇ ਸਾਂਝੇ ਨੇ ਇਹਦੇ 'ਚ ਤੇ ਕੋਈ ਬਾਉਂਡਰੀਜ਼ ਫਿਜ਼ੀਕਲ ਤੁਸੀਂ ਬਣਾ ਲਓ ਆਪਣੇ ਚਲੋ ਠੀਕ ਹੈ ਇੱਕ ਕੰਟਰੀ ਦਾ ਸਿਸਟਮ ਬਣਨਾ ਬਟ ਉਹ ਤੇ ਸਾਂਝਾ ਬਿਲਕੁਲ ਸੋ ਉਹ ਸਾਂਝੇ ਨੂੰ ਇਹ ਸੋਚਣ ਲੱਗ ਪੈਂਦੇ ਵੀ ਸਾਂਝੇ ਦਾ ਮਤਲਬ ਵੀ ਤੁਸੀਂ ਐਡਵੋਕੇਟ ਸਾਹਿਬ ਠੀਕ ਕਰਨਗੇ ਬਾਕੀ ਠੀਕ ਕਰੇ ਮੈਂ ਤੇ ਮੈਨੂੰ ਤੇ ਆਪਣੀ ਸੁਵਿਧਾ ਚਾਹੀਦੀ ਜੀ ਬਿਲਕੁਲ ਸੁਵਿਧਾ ਵੀ ਲਵੋ ਬਟ ਨਾਟ ਐਟ ਦਾ ਕਾਸਟ ਆਫ ਜਿਵੇਂ ਛੋਟੀਆਂ ਗੱਲਾਂ ਕੀਤੀਆਂ ਮੈਂ ਮੈਨੂੰ ਕਹਿੰਦੇ ਕਈ ਵਾਰ ਕਹਿੰਦੇ ਪਲਾਸਟਿਕ ਸਰਕਾਰ ਬੈਨ ਨਹੀਂ ਕਰਦੀ ਜੇ ਆਦਰਸ਼ਪਾਲ ਕਹੇ ਵੀ ਮੈਂ ਪਲਾਸਟਿਕ ਨਹੀਂ ਵਰਤਣਾ ਤੇ ਮੈਨੂੰ ਕੀ ਦਿੱਕਤ ਬਿਲਕੁਲ ਮੈਂ ਆਪਣਾ ਇੱਕ ਪ੍ਰੋਗਰਾਮ ਮੈਂ ਆਪਣਾ ਫੰਕਸ਼ਨ ਹੈ ਮੇਰੇ ਕੋਲ ਆਲਟਰਨੇਟਿਵਸ ਨੇ ਅੱਜ ਤੋਂ 30-40 ਸਾਲ ਪਹਿਲਾਂ ਪਲਾਸਟਿਕ ਤੋਂ ਬਿਨਾਂ ਜਾਂਦੇ ਨਹੀਂ ਉਹ ਇੱਕ ਸੁਭਾਅ ਦਾ ਬਦਲਾਵ ਹੈ ਇੱਕ ਆਪਣੇ ਆਪ 'ਚ ਪ੍ਰਣ ਹੈ ਮਹਾਤਮਾ ਗਾਂਧੀ ਜੀ ਦੀ ਤੁਸੀਂ ਗੱਲ ਕੀਤੀ ਪ੍ਰਧਾਨ ਮੰਤਰੀ ਉਹਨਾਂ ਨੇ ਆਪਣੇ ਮਨ 'ਚ ਇੱਕ ਪ੍ਰਣ ਬਣਾ ਲਿਆ ਬਿਲਕੁਲ ਉਹ ਇੱਕ ਕਹਿੰਦੇ ਸੀ ਉਹ ਜਿਹੜੀ ਇੱਕ ਕੱਪੜੇ ਨਾਲ ਹੀ ਉਹ ਸਾਰਾ ਜੀਵਨ ਬਿਲਕੁਲ ਇਹ ਵਾਤਾਵਰਨ ਨੂੰ ਲੈ ਕੇ ਸਾਡੇ ਵਰਤਮਾਨ ਨੂੰ ਲੈ ਕੇ ਤੇ ਸਾਡੇ ਭਵਿੱਖ ਨੂੰ ਲੈ ਕੇ
ਤੁਸੀਂ ਆਪਣੇ ਕਿਸ ਤਰ੍ਹਾਂ ਵਿਚਾਰ ਪ੍ਰਗਟ ਕਰਦੇ ਹੋ, ਕਿੰਨੇ ਕੁ ਚਿੰਤਤ ਹੋ ਤੇ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਨੂੰ ਇੱਕ ਗੱਲ ਦੀ ਤੇ ਖੁਸ਼ੀ ਹੁੰਦੀ ਹੈ ਵੀ ਬਦਲਾਵ ਆਉਣਾ ਸ਼ੁਰੂ ਹੋ ਗਿਆ। ਜੀ ਜੀ, ਤੁਸੀਂ ਵੀ ਅੱਜ ਗੱਲਾਂ ਕੀਤੀਆਂ, ਪ੍ਰਧਾਨ ਮੰਤਰੀ ਜੀ ਨੇ ਵੀ, ਔਰ ਲੋਕਾਂ ਨੇ ਸਿਰ ਜੋੜ ਲਏ ਨੇ। ਬਿਲਕੁਲ ਸਮੱਸਿਆ ਦੀ ਸਮਝ ਸਭ ਨੂੰ ਆ ਗਈ ਹੈ। ਠੀਕ ਹੈ, ਕਈ ਵਾਰੀ ਅਸੀਂ ਸਮੱਸਿਆ ਨੂੰ ਬਾਰ-ਬਾਰ ਜੀ ਕਿੰਨਾ ਪੋਲੂਸ਼ਨ ਹੋ ਗਿਆ, ਕਿੰਨਾ ਲੱਭ ਗਿਆ, ਕਿੰਨਾ ਚੱਲ ਗਿਆ, ਉਹ ਠੀਕ ਹੈ, ਉਹ ਲੱਭਿਆ ਗਿਆ। ਹੁਣ ਲੱਗਦਾ ਹੁਣ ਤਾਂ ਨਿਆਣੇ ਨੇ ਵੀ ਪਤਾ ਵੀ ਸਾਰਾ ਕੁਝ ਖਰਾਬ ਹੈ। ਹੁਣ ਹੈ ਵੀ ਇਹਦਾ ਰਸਤਾ ਲੱਭਣਾ। ਬਿਲਕੁਲ। ਤੇ ਰਸਤੇ ਵਾਸਤੇ ਪਹਿਲੀ ਤੇ ਮੇਰੀ ਫਿਰ ਪ੍ਰਾਰਥਨਾ ਵੀ ਮੈਂ ਸੁਧਰਾਂ, ਮੈਂ ਠੀਕ ਹੋਵਾਂ, ਮੈਂ ਇਹਦੇ 'ਚ ਉਦਾਹਰਣ ਬਣਾ। ਸੰਤ ਸੀਚੇਵਾਲ ਜੀ ਦੀ ਗੱਲ ਕਰ ਲਓ, ਬਹੁਗੁਣਾ ਜੀ ਦੀ ਗੱਲ ਕਰ ਲਓ। ਇਹ ਨਹੀਂ ਵੀ ਉਹਦੇ 'ਚ ਫਿਰ ਕਹਿੰਦੇ ਨਹੀਂ ਮੇਰੇ ਇਕੱਲੇ ਨਾਲ ਕਿਉਂ ਹੋਣਾ, ਇਹ ਵੀ ਗਲਤ ਕਨਸੈਪਟ। ਮੈਂ ਠੀਕ ਹੋਵਾਂ, ਮੇਰਾ ਆਪਣਾ ਆਲਾ ਦੁਆਲਾ ਆਪੇ ਠੀਕ ਹੋਏਗਾ। ਔਰ ਹੌਲੀ ਹੌਲੀ ਸਾਰੀਆਂ ਚੀਜ਼ਾਂ ਇਕੱਲੇ ਨਾਲ ਬਹੁਤ ਕੁਝ। ਜੇ ਇਕੱਲੇ ਭਗਤ ਸਿੰਘ ਫਾਂਸੀ ਨਾ ਲੈਂਦੇ ਤਾਂ ਲੋਕਾਂ ਨੂੰ ਕਿਵੇਂ ਪ੍ਰੇਰਣਾ ਮਿਲਣੀ ਸੀ? ਰਾਜਗੁਰੂ ਸਾਹਿਬ ਇਕੱਲੇ ਮਹਾਤਮਾ ਗਾਂਧੀ ਨੇ, ਉਹ ਆਪੇ ਦੁਨੀਆ ਚੱਲਦੀ। ਤੁਸੀਂ ਠੀਕ ਚੱਲਣ ਦਾ ਆਪਣਾ ਹਿੰਮਤ ਰੱਖੋ, ਆਪ ਠੀਕ ਕਰੋ, ਇਹ ਜ਼ਰੂਰੀ ਹੈ। ਬਾਕੀ ਸਾਰਿਆਂ ਨੂੰ ਮਿਲ ਜੁਲ ਕੇ ਇਹੋ ਜਿਹੇ ਸੰਮੇਲਨ, ਇਹੋ ਜਿਹੇ ਵਾਤਾਵਰਨ ਪੱਖੀ ਕੰਮ ਉਹ ਜਦੋਂ ਅਸੀਂ ਕਰਾਂਗੇ ਤੇ ਬਦਲਾਵ ਉਹਦਾ ਆ ਗਿਆ ਹੈ। ਤੁਸੀਂ ਹੁਣ ਉਹਦੇ 'ਚ ਐਜੂਕੇਸ਼ਨ ਦਾ ਵੀ ਰੋਲ ਹੈ, ਯੂਥ ਦਾ ਵੀ ਰੋਲ ਹੈ, ਸਾਰਾ ਟੀਚਰਸ ਦਾ ਵੀ ਰੋਲ ਹੈ। ਸੋ ਉਹ ਜ਼ਰੂਰ ਠੀਕ ਹੋਣ ਵਾਲਾ ਹੈ। ਐਜੂਕੇਸ਼ਨ ਦੀ ਗੱਲ ਕੀਤੀ ਹੈ, 2002 ਤੋਂ ਵਿਸ਼ਵ ਵਿਗਿਆਨ ਦਿਵਸ ਮਨਾਇਆ ਜਾ ਰਿਹਾ ਹੈ, ਪਰ ਅੱਜ 2021 ਦੇ ਵਿੱਚ ਵੀ ਸ਼ਾਇਦ ਇਨਵਾਇਰਮੈਂਟਲ ਸਟੱਡੀ ਨੂੰ ਸਾਡੇ ਸਿਲੇਬਸਾਂ ਦੇ ਵਿੱਚ ਪੱਕੇ ਤੌਰ ਤੇ ਨਹੀਂ ਲਾਗੂ ਕੀਤਾ ਜਾ ਰਿਹਾ, ਜਾਂ ਤੇ ਆਪਸ਼ਨਲ ਸਬਜੈਕਟ ਵੱਲੋਂ ਇਹਨੂੰ ਟਰੀਟ ਕੀਤਾ ਜਾ ਰਿਹਾ ਹੈ, ਜਾਂ ਗ੍ਰੇਡ ਸਿਸਟਮ ਲਿਆ ਜਾਂਦਾ ਹੈ। ਜਦੋਂ ਵਾਤਾਵਰਨ ਹੀ ਸਾਡੇ ਸਿਲੇਬਸ ਦੇ ਵਿੱਚ ਨਹੀਂ ਆਇਆ, ਵਾਤਾਵਰਨ ਦਾ ਵਿਸ਼ਾ, ਤੇ ਕੀ ਅਸੀਂ ਵਧੀਆ ਯੂਥ ਤਿਆਰ ਕਰ ਸਕਾਂਗੇ? ਇਹਦੇ ਵੀ ਦੋ ਪੱਖ ਨੇ। ਕਿਸੇ ਵੇਲੇ ਤੇ ਆਇਆ ਹੀ ਨਹੀਂ ਸੀ। 1995 ਤੋਂ ਬਾਅਦ ਸੁਪਰੀਮ ਕੋਰਟ ਦੀ ਰੂਲਿੰਗ ਹੈ ਔਰ ਹੁਣ ਉਹ ਲਾਗੂ ਹੈ। ਠੀਕ ਹੈ, ਉਹ ਲਾਗੂ ਦਾ ਅਸਰ ਕੀ ਹੋ ਰਿਹਾ ਉਹ ਦੂਸਰਾ ਪੱਖ ਹੈ ਜੀ। ਬਈ ਹਰ ਜਿਹੜਾ ਗ੍ਰੈਜੂਏਟ ਕਰਨ ਵਾਲਾ ਹੈ ਜੀ, ਚਾਹੇ ਉਹ ਕੰਪਿਊਟਰ ਦਾ, ਕਾਮਰਸ ਦਾ, ਸੋਸ਼ਲ ਸਾਇੰਸਿਸ ਦਾ, ਦੂਜਰੇ ਇੰਜੀਨੀਅਰਿੰਗ ਦਾ, ਉਹਨੂੰ ਇੱਕ ਇਨਵਾਇਰਨਮੈਂਟ ਦਾ ਸਟੱਡੀਜ਼ ਉਹਨੂੰ ਅਸੀਂ ਵਰਡ ਦਿੰਦੇ 6 ਮਹੀਨੇ ਦਾ ਉਹ ਕੋਰਸ ਹੈ। ਉਹ ਪੜ੍ਹਨਾ ਜ਼ਰੂਰੀ ਹੈ, ਕੰਪਲਸਰੀ ਹੈ ਜੀ। ਉਹ ਕੰਪਲਸਰੀ ਬਣ ਚੁੱਕਾ। ਉਹਦੇ 'ਚ ਜਿਹੜੀਆਂ ਗੱਲਾਂ ਅਸੀਂ ਅੱਜ ਕੀਤੀਆਂ ਸਾਰੀਆਂ ਪੜ੍ਹਾਈਆਂ ਤੇ ਉਹਦੇ 'ਚ ਇੱਕ ਕਮਿਊਨਿਟੀ ਵਰਕ ਹੈ ਵੀ ਤੁਸੀਂ ਵਾਤਾਵਰਨ ਪੱਖੀ ਚੀਜ਼ ਜਿੱਥੇ ਖਰਾਬ ਉੱਥੇ ਉਹਨੂੰ ਕਿਵੇਂ ਠੀਕ ਕਰੋਗੇ। ਜੀ ਬਿਲਕੁਲ। ਤਾਂ ਉਹ ਲਾਗੂ ਹੋ ਚੁੱਕਾ ਹੈ, ਉਹਦਾ ਅਸਰ ਵੀ ਆਇਆ। ਪਰ ਜਿਸ ਜੋਸ਼ ਨਾਲ, ਜਿਸ ਹਿੰਮਤ ਨਾਲ ਲਾਗੂ ਹੋਣਾ ਚਾਹੀਦਾ ਸੀ, ਉਹਦੇ 'ਚ ਕੁਝ ਸਮੱਸਿਆਵਾਂ ਨੇ। ਕਈ ਸੋਚਦੇ ਆ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਉਹ ਯਾਰ ਐਵੇਂ ਐਡੀਸ਼ਨਲ ਪਾਤਾ, ਬੇਕਾਰ ਹੈ ਜੀ, ਸਾਨੂੰ ਕੀ ਇਹਦਾ ਫਾਇਦਾ, ਅਸੀਂ ਤੇ ਕੰਪਿਊਟਰ ਦੀ ਡਿਗਰੀ ਲੈਣੀ ਹੈ, ਅਸੀਂ ਇਨਵਾਇਰਨਮੈਂਟ ਨਾਲ ਕੀ ਲੈਣਾ ਹੈ। ਹਾਲਾਂਕਿ ਉਹਦੇ 'ਚ ਅੱਜ ਕੱਲ੍ਹ ਮੋਰਲ ਐਜੂਕੇਸ਼ਨ ਵੀ ਜ਼ਰੂਰੀ, ਕਈ ਚੀਜ਼ਾਂ ਜ਼ਰੂਰੀ ਹੁੰਦੀ ਹੈ। ਹਾਂ ਬਿਲਕੁਲ। ਡਿਗਰੀ ਇੱਕ ਸਬਜੈਕਟ ਦੀ ਹੈ ਪਰ ਉਹਦੇ 'ਚ ਤੁਸੀਂ ਨੌਲੇਜ ਤੁਹਾਨੂੰ ਹਰ ਚੀਜ਼ ਦੀ ਚਾਹੀਦੀ ਹੈ ਅੱਜ ਕੱਲ੍ਹ। ਸੋ ਉਹ ਲਾਗੂ ਹੋ ਗਿਆ। ਠੀਕ ਹੈ, ਉਹਦੇ 'ਚ ਵਾਤਾਵਰਨ ਵਿਸ਼ੇ ਨੂੰ ਪੜ੍ਹਾਉਣ ਵਾਲੇ ਟੀਚਰ ਕਈ ਵਾਰੀ ਨਹੀਂ ਮਿਲਦੇ ਜਾਂ ਇਸ ਤਰ੍ਹਾਂ ਦੀ ਸਮੱਸਿਆਵਾਂ, ਔਰ ਉਹ ਦਿਲੋਂ ਕਿੰਨਾ ਕੁ ਯੂਨੀਵਰਸਿਟੀਆਂ ਜਾਂ ਕਾਲਜ ਲੱਗੇ ਨੇ, ਪਰ ਮੈਨੂੰ ਲੱਗਦਾ ਉਹਦਾ ਅਸਰ ਜ਼ਰੂਰ ਹੋ ਰਿਹਾ। ਔਰ ਬੱਚਿਆਂ ਦੀ ਜਿਹੜੀ ਛੋਟੀ ਛੋਟੀ ਕਿਤਾਬਾਂ ਉਹਨਾਂ 'ਚ ਆ ਗਿਆ, ਸਕੂਲ 'ਚ ਬਹੁਤ ਵਧੀਆ ਤਰੀਕੇ ਨਾਲ। ਬਿਲਕੁਲ ਜੀ। 10 ਨਵੰਬਰ ਵਿਸ਼ਵ ਵਿਗਿਆਨ ਦਿਵਸ ਅਸੀਂ ਮਨਾਉਂਦੇ ਹਾਂ ਤੇ ਸਾਡਾ ਰਲ ਕੇ ਹੰਭਲਾ ਮਾਰਨਾ ਜ਼ਰੂਰੀ ਹੈ ਤਾਂ ਜੋ ਅਸੀਂ ਹਵਾ, ਪਾਣੀ, ਵਾਤਾਵਰਨ ਨੂੰ, ਕੁਦਰਤ ਨੂੰ ਸਾਂਭ ਸਕੀਏ। ਦੋਸਤੋ, ਆਓ ਇੱਕ ਐਸਾ ਸਮਾਜ ਬਣਾਈਏ ਜਿਸ ਵਿੱਚ ਖੁਸ਼ੀਆਂ ਵੀ ਹੋਣ, ਮੁਹੱਬਤਾਂ ਵੀ ਹੋਣ ਤੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਵਧੀਆ ਵਾਤਾਵਰਨ ਦਈਏ। ਇਸੇ ਤਰ੍ਹਾਂ ਅਸੀਂ ਹੋਰ ਵਿਸ਼ਿਆਂ ਦੇ ਨਾਲ ਰੋਜ਼ਾਨਾ ਸ਼ਾਮਲ ਹੁੰਦੇ ਰਹਾਂਗੇ, ਪਰ ਫਿਲਹਾਲ ਸਾਨੂੰ ਦਿਓ ਇਜਾਜ਼ਤ। ਸ਼ੁਕਰੀਆ।